ਤੋਂ ਫਾਦਰ ਪੀਟਰ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਸਰ, ਅੱਜ ਨਵਾਂ ਡਿਪਾਰਟਮੈਂਟ ਇੱਥੇ ਸ਼ੁਰੂ ਕੀਤਾ ਗਿਆ, ਕੀ ਕਹਿਣਾ ਚਾਹੋਗੇ? ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਸਾਡੇ ਲਈ ਕਿ ਅਸੀਂ ਟ੍ਰਿਨਿਟੀ ਕਾਲਜ, ਜਿਸ ਨੂੰ ਅਸੀਂ ਟ੍ਰਿਨਿਟੀ ਗਰੁੱਪ ਆਫ ਇੰਸਟੀਟਿਊਸ਼ਨ ਬਣਾਇਆ, ਉਹਦੇ ਨਾਲ ਅਸੀਂ ਇਹ ਐਡਮਿਨਿਸਟ੍ਰੇਸ਼ਨ ਨਵੇਂ ਬਣੇ ਐਡਮਿਨਿਸਟ੍ਰੇਸ਼ਨ ਬਲਾਕ ਦਾ ਉਦਘਾਟਨ ਕੀਤਾ ਹੈ। ਇਹਦੇ ਵਿੱਚ ਪੂਰਾ ਐਡਮਿਨਿਸਟ੍ਰੇਸ਼ਨ ਹੈ, ਪਲੱਸ ਇਹਦੇ ਉੱਪਰ ਲਾइब्रेरी है, कंप्यूटर लैब है और क्लासरूम्स हैं और ऑडिटोरियम है। पूरा एडमिनिस्ट्रेशन ब्लॉक इतने नवा तैयारी किया है ताकि ਇਹਦਾ ਤਰੱਕੀ ਹੋ ਜਾਵੇ। ਇਹਦੇ ਨਾਲ ਨੀਚੇ ਬੇਸਮੈਂਟ ਦੇ ਵਿੱਚ ਅਸੀਂ ਸਾਡੇ ਬੱਚਿਆਂ ਦੇ ਲਈ न्यूट्रिशन एंड फिटनेस ਦਾ ਕੋਰਸ के लिए जिम ਦਾ इंतजाम किया है। आज ਬੱਚਿਆਂ ਨੇ ਉੱਪਰ बहुत अच्छा ਐਗਜ਼ੀਬਿਸ਼ਨ ਕੀਤਾ। ਹਰ ਇੱਕ ਡਿਪਾਰਟਮੈਂਟ ਨੇ ਉਹ ਆਪਣਾ ਐਗਜ਼ੀਬਿਟ ਕਰਕੇ ਵਧੀਆ ਤਰੀਕੇ ਦੇ ਨਾਲ ਜੋ ਕੋਰਸ ਚਲਾ ਰਹੇ ਨੇ, ਜੋ ਬੱਚੇ ਪੜ੍ਹ ਰਹੇ ਨੇ, ਉਹਦੇ ਬਾਰੇ ਐਕਸਪਲੇਨ ਕੀਤਾ। ਜਿੰਨੇ ਵੀ ਗੈਸਟ ਆਇਆ ਸਾਰਿਆਂ ਨੂੰ ਬੜੇ ਖੁਸ਼ਹਾਲੀ ਦੇ ਨਾਲ ਭੇਜਿਆ ਹੈ। ਬਹੁਤ ਸਾਰੇ ਗੈਸਟ ਵੀ ਆਏ, ਕੀ ਕਹਿਣਾ ਸੀ ਉਹਨਾਂ ਦਾ ਇਹ ਨਵੀਂ ਪ੍ਰਦਰਸ਼ਨ ਦੇ? ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ ਅੱਜ ਬਹੁਤ ਸਾਰੇ ਪਤਵੰਤੇ ਬੜੇ ਅੱਛੇ ਲੀਡਰਾਂ ਆਏ ਨੇ। ਸਭ ਤੋਂ ਪਹਿਲਾਂ ਸਾਡੇ ਮੁੱਖ ਗੈਸਟ ਵੱਲੋਂ ਦਿੱਲੀ ਤੋਂ ਆਰਚ ਬਿਸ਼ਪ ਅਨਿਲ ਕੁੱਟੂ ਆਏ ਨੇ, ਉਹਦੇ ਨਾਲ ਚੰਡੀਗੜ੍ਹ ਦੇ ਬਿਸ਼ਪ, ਜੰਮੂ ਡਾਇਸ ਦੇ ਬਿਸ਼ਪ ਔਰ ਆਪਣੇ ਜਲੰਧਰ ਦੇ ਬਿਸ਼ਪ, ਚਾਰੋਂ ਬਿਸ਼ਪ ਆਏ ਸੀ। ਉਹਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਰਜਿੰਦਰ ਬੇਰੀ ਜੀ ਐਮਐਲਏ, ਰਿੰਕੂ ਜੀ ਐਮਐਲਏ ਔਰ ਮੇਅਰ ਸਾਹਿਬ ਔਰ ਸੁਰਿੰਦਰ ਚੌਧਰੀ ਔਰ ਸਾਡੇ ਗੁਰਪ੍ਰੀਤ ਸਿੰਘ ਭੁੱਲਰ ਜੋ ਕਮਿਸ਼ਨਰ ਹੈ ਉਹ ਵੀ ਇੱਥੇ ਪਹੁੰਚਿਆ ਸੀਗਾ। ਔਰ ਦਿੱਲੀ ਚੋਂ ਡਾਕਟਰ ਥੋਮਸ ਲੋਬੋ ਜੋ ਸਾਡੇ ਕਾਲਜ ਦੇ ਐਡਵਾਈਜ਼ਰ ਹੈ, ਉਹਦੇ ਨਾਲ ਗੁਰਜੀਤ ਸਿੰਘ ਸਿਆਲ ਜੋ ਚਾਰਟਰ ਅਕਾਊਂਟੈਂਟ ਹੈ ਔਰ ਲੀਡਿੰਗ ਐਡਵੋਕੇਟ ਸਚਦੇਵਾ। ਇਸੇ ਤਰ੍ਹਾਂ ਦਾ ਬਹੁਤ ਪਤਵੰਤੇ ਬੰਦੇ ਇੱਥੇ ਪਹੁੰਚ ਕੇ ਸਾਨੂੰ ਆਪਣਾ ਖੁਸ਼ੀ ਪ੍ਰਗਟਾਇਆ ਕੀਤਾ। ਸਰ, ਫਿਊਚਰ ਦੇ ਵਿੱਚ ਹੋਰ ਵੀ ਇਦਾਂ ਦੀਆਂ ਬਿਲਡਿੰਗਾਂ ਬਣਨਗੀਆਂ ਇੱਥੇ ਕਾਲਜ ਦੇ ਵਿੱਚ? ਹੁਣ ਅਸੀਂ ਇਸ ਬਿਲਡਿੰਗ ਦੇ ਬਾਅਦ ਹੁਣ ਸੋਚ रहा हूँ लॉ कॉलेज और फार्मेसी अलग अलग बिल्डिंग बना के ਉਹਦਾ ਵੀ ਤਿਆਰੀ करने के लिए सोचा है। ਸ਼ੁਕਰੀਆ ਸਰ ਗੱਲਬਾਤ ਦੇ ਲਈ। ਇਹ ਨੇ ਜੀ ਫਾਦਰ ਪੀਟਰ ਜੋ ਕਿ ਇੱਥੇ ਦੇ ਡਾਇਰੈਕਟਰ ਵੀ ਨੇ। ਜਿਵੇਂ ਕਿ ਉਹਨਾਂ ਨੇ ਕਿਹਾ ਫਿਊਚਰ ਦੇ ਵਿੱਚ ਲਾਅ ਕਾਲਜ ਵੀ ਬਣੇਗਾ ਤੇ ਜਿਹੜਾ ਹੈ ਹੁਣ ਨਵਾਂ ਇੱਕ ਬਲਾਕ ਖੁੱਲ੍ਹਿਆ ਹੈ। ਜੇਕਰ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਤੇ ਕਾਲਜ ਆ ਕੇ ਇੱਥੇ ਪਤਾ ਕਰ ਸਕਦੇ ਹੋ। ਜਲੰਧਰ ਸ਼ਹਿਰ ਦੇ ਮੇਅਰ ਜਗਦੀਸ਼ ਰਾਜਾ ਜੀ ਵੀ ਜਿਹੜੇ ਨੇ ਟ੍ਰਿਨਿਟੀ ਕਾਲਜ ਪਹੁੰਚੇ ਨੇ, ਗੱਲਬਾਤ ਕਰਦੇ ਆ ਉਹਨਾਂ ਦੇ ਨਾਲ। ਸਰ, ਅੱਜ ਜਿਹੜਾ ਹੈ ਪ੍ਰੋਗਰਾਮ ਇੱਥੇ ਮਨਾਇਆ ਗਿਆ, ਕੀ ਕਹਿਣਾ ਚਾਹੋਗੇ ਦਰਸ਼ਕਾਂ? ਅੱਜ ਜਿਹੜਾ ਪ੍ਰੋਗਰਾਮ ਮਨਾਇਆ ਜਾ ਰਿਹਾ, ਅੱਜ ਦੇ ਖੁਸ਼ੀ ਦੇ ਮੌਕੇ ਤੇ ਇੱਕ ਨਵਾਂ ਇਹ ਬਲਾਕ ਜਿਹੜਾ ਕਾਲਜ ਦਾ ਸ਼ੁਰੂ ਕਰਨ ਜਾ ਰਿਹਾ। ਟ੍ਰਿਨਿਟੀ ਕਾਲਜ ਅੱਜ ਸ਼ਹਿਰ 'ਚ ਨਹੀਂ, ਪੰਜਾਬ 'ਚ, ਹਿੰਦੁਸਤਾਨ 'ਚ, ਵਰਲਡ 'ਚ ਪੂਰਾ ਨਾਮ ਹੈ। ਬਹੁਤ ਅੱਛਾ ਸਟਾਫ ਹੈ, ਬਹੁਤ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਮਿਲ ਰਹੀ ਹੈ ਔਰ ਇਹ ਬਹੁਤ ਤਰੱਕੀ ਕਰ ਰਿਹਾ। ਇਹ ਸੂਰਜ ਦੇ ਵਿਖੇ ਹੈ ਔਰ ਇਹਦੀ ਅਸੀਂ ਕਾਮਨਾ ਕਰਦੇ ਹਾਂ ਕਿ ਹੋਰ ਤਰੱਕੀ ਕਰੇ। ਇਹ ਜਿਹੜੇ ਕ੍ਰਿਸਚਨ ਫੈਮਲੀਆਂ ਫਾਦਰ ਹੈ ਸਾਰੇ, ਇਹਦੇ ਵੱਲ ਪੂਰਾ ਡੈਡੀਕੇਟਡ ਹੈ, ਪੂਰਾ ਸਟਾਫ ਬਹੁਤ ਡੈਡੀਕੇਟਡ ਹੈ ਔਰ ਸਾਡੇ ਬੱਚਿਆਂ ਨੇ ਬਹੁਤ ਅਸੀਂ ਹਾਈਲੀ ਐਜੂਕੇਸ਼ਨ ਲਈ ਹੈ। ਇੱਥੋਂ ਐਜੂਕੇਸ਼ਨ ਲੈਣ ਤੋਂ ਬਾਅਦ ਸਾਡੇ ਕਈ ਬੱਚੇ ਅਬਰੋਡ, ਬਾਹਰ ਵੀ, ਆਊਟ ਆਫ ਕੰਟਰੀ ਵੀ, ਵਿਦਿਨ ਕੰਟਰੀ ਵੀ ਬਹੁਤ ਉਹਨਾਂ ਨੇ ਜਗ੍ਹਾ ਹਾਸਲ ਕੀਤੀਆਂ, ਬੜੀਆਂ ਅੱਛੀਆਂ ਜੋਬ ਹਾਸਲ ਕੀਤੀਆਂ। ਇੱਥੋਂ ਆਉਣ ਵਾਲਾ ਫਿਊਚਰ ਬੱਚਿਆਂ ਦਾ ਬਹੁਤ ਅੱਛਾ ਫਿਊਚਰ ਹੈ ਔਰ ਮੈਂ ਪਰਮਾਤਮਾ ਨੂੰ ਦੁਆ ਕਰਦਾ ਇਹ ਦਿਨ ਰਾਤ ਚੌਗੁਣੀ ਤਰੱਕੀ ਕਰਨ ਔਰ ਹੋਰ ਇਹ ਪ੍ਰਫੁੱਲਤ ਹੋਣ, ਸ਼ਹਿਰ ਦੇ ਬੱਚਿਆਂ ਨੂੰ ਹੋਰ ਵੱਧ ਤੋਂ ਵੱਧ ਐਜੂਕੇਸ਼ਨ ਦੇਣ ਔਰ ਇਹ ਕਾਲਜ ਨਾਮ ਹੋਰ ਵਧੇ। ਸਟਾਫ ਨੂੰ ਇਸ ਗੱਲ ਦੀ ਮੈਂ ਬਹੁਤ ਵਧਾਈ ਦਿੰਦਾ ਕਿ ਸਟਾਫ ਬਹੁਤ ਅੱਛਾ ਕੰਮ ਕਰ ਰਿਹਾ ਔਰ ਇਹ ਕਾਲਜ ਬਹੁਤ ਤਰੱਕੀ ਕਰ ਰਿਹਾ। ਸਾਨੂੰ ਕਾਲਜ ਦਾ ਸਹਿਯੋਗ ਕਰਨਾ ਚਾਹੀਦਾ। ਕਾਲਜ ਇੱਕ ਇਹ ਸੂਰਜ ਦੇ ਬੜਾ ਅੱਛਾ ਕਾਲਜ ਹੈ। ਇਹ ਕਾਲਜ ਬੱਚਿਆਂ ਨੂੰ ਬਹੁਤ ਅੱਛੀ ਐਜੂਕੇਸ਼ਨ ਦੇ ਰਿਹਾ ਔਰ ਦਿੰਦਾ ਰਹੂਗਾ। ਮੈਂ ਧੰਨਵਾਦ। ਸਰ, ਭਾਰਤ ਜਿਹੜਾ ਹੈ ਸਰਬ ਧਰਮ ਸਥਲ ਹੈ। ਤੁਹਾਡੇ ਸਵਾਗਤ ਦੇ ਲਈ ਇੱਥੇ ਜਿਹੜਾ ਹੈ ਉਹਨਾਂ ਵੱਲੋਂ ਗਿੱਧਾ ਵੀ ਪਾਇਆ ਗਿਆ, ਭੰਗੜਾ ਵੀ ਪਾਇਆ ਗਿਆ, ਕਿਵੇਂ ਦੇਖਦੇ ਹੋ ਤੁਸੀਂ? ਇਹਨਾਂ ਦੇ ਵਿੱਚ ਕੋਈ ਐਸਾ ਫਰਕ ਨਹੀਂ ਹੈ। ਹਰ ਧਰਮ ਨੂੰ ਮੰਨਦੇ ਆ, ਹਰ ਧਰਮ ਦੇ ਨਾਲ ਚੱਲ ਰਿਹਾ। ਗਿੱਧਾ ਵੀ ਹੈ, ਭੰਗੜਾ ਵੀ ਹੈ, ਹਰ ਜਿਹੜੀ ਹੈ ਧਰਮ ਦੇ ਮੰਨਦੇ ਆ। ਇਹਨਾਂ ਵਿੱਚ ਐਸੀ ਗੱਲ ਨਹੀਂ ਸਿਰਫ ਕ੍ਰਿਸਚਨ ਹੈ, ਕ੍ਰਿਸਚਨ ਕਾਲਜ ਜ਼ਰੂਰ ਹੈ ਲੇਕਿਨ ਇਹ ਹਰ ਧਰਮ ਨੂੰ ਮੰਨਦੇ ਆ। ਇਹਨਾਂ 'ਚ ਕੋਈ ਭੇਦਭਾਵ ਨਹੀਂ ਆ ਔਰ ਬੱਚਿਆਂ ਨੂੰ ਇਹੀ ਸਿੱਖਿਆ ਦਿੰਦੇ ਆ। ਸ਼ੁਕਰੀਆ, ਥੈਂਕ ਯੂ। ਜਲੰਧਰ ਵੈਸਟ ਤੋਂ ਵਿਧਾਇਕ ਸੁਸ਼ੀਲ ਰਿੰਕੂ ਜੀ ਟ੍ਰਿਨਿਟੀ ਕਾਲਜ ਪਹੁੰਚੇ ਨੇ ਨਵੇਂ ਬਲਾਕ ਦੇ ਉਦਘਾਟਨ ਦੇ ਲਈ। ਕੀ ਕਹਿਣਾ ਹੈ, ਗੱਲਬਾਤ ਕਰਦੇ ਉਹਨਾਂ ਦੇ ਨਾਲ। ਸਰ, ਨਵੇਂ ਬਲਾਕ ਦੇ ਉਦਘਾਟਨ 'ਤੇ ਪਹੁੰਚੇ ਹੋ, ਕੀ ਕਹਿਣਾ ਚਾਹੋਗੇ? ਟ੍ਰਿਨਿਟੀ ਕਾਲਜ ਜਿਹੜਾ ਅੱਜ ਉੱਥੇ ਪ੍ਰਾਂਗਣ ਦੇ ਵਿੱਚ ਜਿਹੜਾ ਨਵਾਂ ਬਲਾਕ ਹੈ ਉਹਦੀ ਅੱਜ ਵਿਧੀ ਪੂਰਵਕ ਜਿਹੜੀ ਇਨੋਗ੍ਰੇਸ਼ਨ ਹੈ ਉਹਦੀ ਅੱਜ ਇੱਥੇ ਫੰਕਸ਼ਨ ਚੱਲ ਰਿਹਾ ਔਰ ਬਲਾਕ ਦੇ ਵਿੱਚ ਬਹੁਤ ਅੱਛਾ ਸੁੰਦਰ ਜਿਹੜਾ ਐਡਮਿਨ ਬਲਾਕ, ਕੰਪਿਊਟਰ ਲੈਬਸ, ਲਾਇਬ੍ਰੇਰੀ, ਆਡੀਟੋਰੀਅਮ, ਬਹੁਤ ਅੱਛੀ ਜਿਹੜੀ ਹੈ ਇੱਥੇ 4 ਮੰਜ਼ਿਲਾ ਜਿਹੜਾ ਬਲਾਕ ਤਿਆਰ ਕੀਤਾ। ਮੈਂ ਸਮਝਦਾ ਕਿ ਇਹਦੇ ਨਾਲ ਜਿਹੜੇ ਸਾਡੇ ਸਟੂਡੈਂਟਸ ਹੈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਫਾਇਦਾ ਹੋਏਗਾ ਔਰ ਟ੍ਰਿਨਿਟੀ ਇੰਸਟੀਟਿਊਸ਼ਨ ਹਮੇਸ਼ਾ ਅੱਛੀ ਵੈਲਿਊਏਬਲ ਜਿਹੜੀ ਸਟੱਡੀ ਹੈ
ਉਹਦੇ ਲਈ ਜਿਹੜੀ ਕਮਿਟਮੈਂਟਸ ਹੈ ਉਹਦੇ ਉੱਤੇ ਹਮੇਸ਼ਾ ਖਰਾ ਉਤਰਦਾ। ਔਰ ਮੈਂ ਆਪਣੇ ਵੱਲੋਂ ਸ਼ੁਭਕਾਮਨਾਵਾਂ ਦਿੰਦਾ ਪੂਰੇ ਇੰਸਟੀਟਿਊਸ਼ਨ ਨੂੰ ਕਿ ਇਹ ਇੰਸਟੀਟਿਊਸ਼ਨ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਅੱਛੇ ਸਟੂਡੈਂਟਸ ਜਿਹੜੇ ਬਣਾ ਕੇ ਸਾਡੇ ਸ਼ਹਿਰ ਦਾ, ਸਾਡੇ ਸੂਬੇ ਦਾ, ਸਾਡੇ ਦੇਸ਼ ਦਾ ਜਿਹੜਾ ਨਾਮ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰੋਸ਼ਨ ਕਰੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਵਧਾਈ। ਐਡਵੋਕੇਟ ਮਨਦੀਪ ਸਿੰਘ ਸਚਦੇਵਾ ਜੀ ਟ੍ਰਿੰਟੀ ਕਾਲਜ ਪਹੁੰਚੇ ਨੇ। ਬਲਾਕ ਦਾ ਇੱਕ ਉਦਘਾਟਨ ਹੋਇਆ, ਗੱਲਬਾਤ ਕਰਦੇ ਉਹਨਾਂ ਦੇ ਨਾਲ। ਸਰ, ਇੱਥੇ ਆਏ ਹੋ, ਕੀ ਕਹਿਣਾ ਚਾਹੋਗੇ ਮੈਸੇਜ ਲੋਕਾਂ ਨੂੰ? ਦੇਖੋ, ਮੈਂ ਡਾਇਸਿਸ ਦਾ ਹੀ ਸਟੂਡੈਂਟ ਸੀਗਾ ਕਿਉਂਕਿ ਮੈਂ ਪਹਿਲਾਂ ਸੇਂਟ ਜੋਸਫਸ ਕਾਨਵੈਂਟ ਬॉयਜ਼ ਸਕੂਲ ਤੋਂ 10th ਕੀਤੀ ਸੀ। ਮੈਨੂੰ ਯਾਦ ਹੈ ਮੈਂ 85 ਦੇ ਵਿੱਚ ਜਦੋਂ ਪਾਸ ਆਊਟ ਕੀਤਾ ਤੇ ਮੈਂ ਡਾਇਸਿਸ ਜਿਹੜੇ ਸਾਡੇ ਬਿਸ਼ਪ ਸੀ ਉਸ ਟਾਈਮ ਉਹਨਾਂ ਨੂੰ ਮੈਂ ਕਿਹਾ ਸੀਗਾ, ਮੈਂ ਕਿਹਾ ਜੀ ਜੇ ਤੁਹਾਡਾ ਕਾਲਜ ਹੁੰਦਾ ਤਾਂ ਸ਼ਾਇਦ ਮੈਂ ਕਾਲਜ ਵੀ ਜਾਂਦਾ। ਉਸ ਟਾਈਮ ਕਾਲਜ ਨਹੀਂ ਸੀ। ਫਿਰ ਮੇਰੀ ਫਾਦਰ ਪੀਟਰ ਨਾਲ ਗੱਲ ਹੋਈ ਕਿਉਂਕਿ ਜਦੋਂ ਮੈਂ ਇਹਨਾਂ ਦੇ ਲਿਟੀਗੇਸ਼ਨ ਲੜਨੀ ਸ਼ੁਰੂ ਕੀਤੀ ਮੈਨੂੰ ਕਹਿੰਦੇ ਮਨਦੀਪ ਜੀ ਅਸੀਂ ਤੁਹਾਡੀ ਗੱਲ ਸਾਨੂੰ ਯਾਦ ਹੈ, ਅਸੀਂ ਕਾਲਜ ਜ਼ਰੂਰ ਬਣਾਵਾਂਗੇ। ਬੜੀ ਖੁਸ਼ੀ ਹੋਈ ਮੈਨੂੰ ਹਾਇਰ ਐਜੂਕੇਸ਼ਨ ਵਾਸਤੇ ਜਿਹੜੇ ਲੋਕਾਂ ਨੂੰ ਇੱਥੇ ਬੁਲਾ ਦੇ ਰਹੇ ਨੇ। ਦੇਖੋ, ਕ੍ਰਿਸਚੀਅਨਸ ਦੀ ਜਿਹੜੀ ਦੇਣ ਹੈ ਕਾਨਵੈਂਟ ਸਕੂਲਸ ਉਹ ਬਹੁਤ ਸਾਲਾਂ ਤੋਂ ਮਸ਼ਹੂਰ ਸੀ। ਹੁਣ ਇਹ ਕਾਲਜਸ ਵਿੱਚ ਆਏ ਨੇ, ਬੜੀ ਖੁਸ਼ੀ ਦੀ ਗੱਲ ਹੈ। ਕਾਲਜ ਹਾਇਰ ਐਜੂਕੇਸ਼ਨ ਵਧੀਆ ਦੇਣੀ ਚਾਹੀਦੀ ਹੈ। ਹੌਲੀ ਹੌਲੀ ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ ਬਣਾਉਣਗੇ। ਮੈਂ ਫਾਦਰ ਪੀਟਰ ਔਰ ਸਾਰੇ ਡਾਇਓਸਿਸ ਦਾ ਬਹੁਤ ਥੈਂਕਫੁਲ ਹਾਂ ਕਿ ਇੱਕ ਜਲੰਧਰ ਸ਼ਹਿਰ ਨੂੰ ਇੱਕ ਬਹੁਤ ਹੀ ਵਧੀਆ ਕਾਲਜ ਇਹਨਾਂ ਨੇ ਦੇ ਦਿੱਤਾ ਹੈ ਔਰ ਹੁਣ ਹੌਲੀ ਇਸ ਕਾਲਜ ਨੂੰ ਹੋਰ ਉੱਪਰ ਚੱਕਣਗੇ। ਜਦ ਤੱਕ ਹਾਇਰ ਐਜੂਕੇਸ਼ਨ ਜੋ ਹਿੰਦੁਸਤਾਨ ਦੀ ਵਧੀਆ ਨਹੀਂ ਹੋਏਗੀ ਅਸੀਂ ਅੱਛੇ ਸਿਟੀਜ਼ਨਸ ਨਹੀਂ ਪੇਸ਼ ਕਰ ਸਕਾਂਗੇ। ਸਰ, ਲੋਕਾਂ ਦੀ ਜਿਹੜੀ ਪੜ੍ਹਾਈ ਦੇ ਵਾਧੇ ਦੇ ਲਈ ਲਾਇਬ੍ਰੇਰੀ ਵੀ ਇੱਥੇ ਖੋਲ੍ਹੀ ਹੈ, ਤੁਸੀਂ ਦੇਖਿਆ ਫਿੱਟ ਹੋਣ ਦੇ ਲਈ ਜਿਮ ਵੀ ਖੋਲ੍ਹਿਆ ਹੈ, ਕੀ ਕਹਿਣਾ ਚਾਹੋਗੇ? ਦੇਖੋ, ਮੈਂ ਸਭ ਤੋਂ ਵਧੀਆ ਗੱਲ ਇਹਨਾਂ ਦੀ ਇਹ ਹੈ ਕਿ ਇਕੱਲਾ ਸਟੂਡੈਂਟਸ ਵਾਸਤੇ ਜਾਂ ਟੀਚਰਸ ਵਾਸਤੇ ਨਹੀਂ ਹੈ, ਕੋਈ ਵੀ ਸੁਸਾਇਟੀ ਦਾ ਆਦਮੀ ਜਿਮ 'ਚ ਆ ਕੇ ਜੁਆਇਨ ਕਰ ਸਕਦਾ, ਲਾਇਬ੍ਰੇਰੀ 'ਚ ਆ ਕੇ ਪੜ੍ਹ ਸਕਦਾ ਹੈ। ਸੋ ਇਹਦਾ ਮਤਲਬ ਹੈ ਕਿ ਜਿਹੜੀ ਇਕੱਲੀ ਉਹਨਾਂ ਦੀ ਆਪਣੀ ਸੋਚ ਵਾਸਤੇ ਨਹੀਂ ਸੀਗੀ, ਇੱਕ ਅਪਲਿਫਟਮੈਂਟ ਆਫ ਸੁਸਾਇਟੀ ਵਾਸਤੇ ਹੈ ਔਰ ਇਹ ਬਹੁਤ ਵਧੀਆ ਚੀਜ਼ ਹੈ। ਮੈਂ ਬਹੁਤ ਹੀ ਵਧੀਆ ਜਿਮ ਦੇਖਿਆ, ਕਾਫੀ ਵੱਡਾ, ਲਾਇਬ੍ਰੇਰੀ ਬਹੁਤ ਹੀ ਵਧੀਆ। ਔਰ ਇਹ ਸਭ ਤੋਂ ਮਜ਼ੇਦਾਰ ਗੱਲ ਹੈ ਕਿ ਇਕੱਲੇ ਸਟੂਡੈਂਟਸ ਤੇ ਟੀਚਰਸ ਵਾਸਤੇ ਨਹੀਂ ਹੈ, ਕੋਈ ਵੀ ਆਦਮੀ ਆ ਕੇ ਮੈਂਬਰਸ਼ਿਪ ਲੈ ਕੇ ਇੱਥੇ ਪੜ੍ਹ ਸਕਦਾ ਹੈ। ਦੇਖੋ, ਕਿੰਨੀ ਅਫਸੋਸ ਦੀ ਗੱਲ ਹੈ ਕਿ ਜਦੋਂ ਅਸੀਂ ਬੱਚੇ ਹੁੰਦੇ ਸੀ ਡਿਸਟ੍ਰਿਕਟ ਲਾਇਬ੍ਰੇਰੀ ਕਿੰਨੀ ਮਸ਼ਹੂਰ ਹੁੰਦੀ ਸੀ, ਹੁਣ ਡਿਸਟ੍ਰਿਕਟ ਲਾਇਬ੍ਰੇਰੀ ਬੰਦ ਹੈ। ਮੈਂ ਗਵਰਨਮੈਂਟ ਨੂੰ ਇੱਕ ਰਿਕੁਐਸਟ ਕਰਾਂਗਾ ਕਿ ਪੜ੍ਹਾਈ ਲਿਖਾਈ ਵਧਾਉਣ ਵਾਸਤੇ ਐਟਲੀਸਟ ਡਿਸਟ੍ਰਿਕਟ ਲਾਇਬ੍ਰੇਰੀ ਨੂੰ ਜ਼ਰੂਰ ਇਮੀਡੀਏਟਲੀ ਖੋਲ੍ਹਣ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਸਾਨੂੰ ਟੀਚਰਸ ਕਹਿੰਦੇ ਸੀਗੇ ਕਿ ਦੁਨੀਆ ਦੀ ਹਰ ਅਖਬਾਰ ਜਾ ਕੇ ਉੱਥੇ ਬੈਠ ਕੇ ਪੜ੍ਹਿਆ ਕਰੋ। ਛੋਟੀ ਜਿਹੀ ਅਸੀਂ ਦਿੰਦੇ ਸੀ ਪੇਮੈਂਟ, ਉੱਥੇ ਜਾ ਕੇ ਬੈਠਦੇ ਸੀਗੇ। ਕਿੰਨੇ ਅਫਸੋਸ ਦੀ ਗੱਲ ਹੈ ਕਿ ਸਾਡੀ ਹੁਣ ਲਾਇਬ੍ਰੇਰੀ ਹੀ ਨਹੀਂ ਚੱਲ ਰਹੀ ਔਰ ਬੜੀ ਚੰਗੀ ਗੱਲ ਹੈ ਕਿ ਇਹਨਾਂ ਨੇ ਇੱਕ ਲਾਇਬ੍ਰੇਰੀ ਖੋਲ੍ਹੀ ਹੈ। ਸਰ, ਜਦੋਂ ਤੁਸੀਂ ਐਂਟਰੀ ਕੀਤੀ ਇੱਕ ਸ਼ਾਂਤੀ ਦਾ ਸੰਦੇਸ਼ ਵੀ ਦਿੱਤਾ ਗਿਆ ਇਹਨਾਂ ਵੱਲੋਂ, ਬੈਲੂਨ ਜਿਹੜੇ ਛੱਡੇ ਗਏ, ਨਾਲ ਦੀ ਨਾਲ ਕਬੂਤਰ ਨੂੰ ਵੀ ਜਿਹੜਾ ਹੈ ਫ੍ਰੀ ਕੀਤਾ ਗਿਆ, ਉਸ ਮੈਸੇਜ ਨੂੰ ਕਿਵੇਂ ਦੇਖਦੇ? ਦੇਖੋ, ਮੈਂ ਤਾਂ ਬਚਪਨ ਤੋਂ ਕਾਨਵੈਂਟ ਸਕੂਲ 'ਚ ਹੀ ਪੜ੍ਹਿਆ। ਮੈਂ ਤਾਂ ਸ਼ੁਰੂ ਤੋਂ ਇਹਨਾਂ ਨੇ ਦੇਖਿਆ ਕਿ ਜਦੋਂ ਅਸੀਂ ਪ੍ਰੇਅਰ ਵੀ ਇਹਨਾਂ ਦੀ ਕਰਦੇ ਹੁੰਦੇ ਹਾਂ, ਅਮੀਨ ਵੀ ਅਸੀਂ ਕਰਦੇ ਹੁੰਦੇ ਹਾਂ, ਬੜਾ ਵਧੀਆ ਇੱਕ ਤੁਹਾਨੂੰ ਫੀਲ ਹੋਇਆ ਕਿ ਬੈਲੂਨਸ ਛੱਡੇ ਨੇ ਔਰ ਕਬੂਤਰ, ਕਿਉਂਕਿ ਦੇਖੋ ਮੈਂ ਵੀ ਕਬੂਤਰ ਛੱਡਿਆ, ਉਹ ਕਬੂਤਰ ਮੇਰੇ ਹੱਥ ਵਿੱਚ ਫੜਫੜਾ ਰਿਹਾ ਸੀਗਾ ਅਤੇ ਉਹਨੂੰ ਡੱਬੇ 'ਚੋਂ ਕੱਢ ਕੇ ਅਸੀਂ ਛੱਡਿਆ, ਉਹ ਆਪਣੇ ਆਪ ਚਲਾ ਗਿਆ। ਆਜ਼ਾਦੀ ਹਰ ਬੰਦੇ ਦੀ ਇੱਕ ਚਾਹ ਹੈ। ਅਸੀਂ ਕਿੰਨੀ ਮੁਸ਼ਕਿਲ ਨਾਲ ਆਜ਼ਾਦੀ ਲਈ ਹੈ। ਜੇ ਸਾਨੂੰ ਆਜ਼ਾਦੀ ਲੈਣ ਵਿੱਚ ਇੰਨਾ ਮੁਸ਼ਕਿਲ ਹੋਇਆ ਸੀ ਤਾਂ ਉਸ ਨੂੰ ਆਜ਼ਾਦੀ ਦੇ ਕੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਔਰ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ। ਟ੍ਰਿੰਟੀ ਕਾਲਜ ਦੇ ਵਿੱਚ ਅੱਜ ਨਵੇਂ ਬਲਾਕ ਦਾ ਜਿਹੜਾ ਹੈ ਉਦਘਾਟਨ ਕੀਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ ਜਿਹੜਾ ਡਿਪਾਰਟਮੈਂਟ ਆਫ ਫੈਸ਼ਨ ਡਿਜ਼ਾਈਨਿੰਗ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਸੂਟ ਵੀ ਜਿਹੜੇ ਤਿਆਰ ਕੀਤੇ ਗਏ ਨੇ। ਇੱਥੇ ਮੈਮ ਵੀ ਨੇ, ਗੱਲਬਾਤ ਕਰਾਂਗੇ ਉਹਨੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਪ੍ਰੋਫੈਸਰ ਦੀਪਿਕਾ ਸ਼ਰਮਾ। ਮੈਮ, ਇਹ ਜਿਹੜਾ ਡਿਪਾਰਟਮੈਂਟ ਹੈ ਇਹ ਡਿਜ਼ਾਈਨ ਸਾਰੇ ਤੁਸੀਂ ਤਿਆਰ ਕੀਤੇ ਕਿ ਤੁਹਾਡੇ ਸਟੂਡੈਂਟ ਨੇ? ਹਾਂਜੀ, ਬਿਲਕੁਲ ਇਹ ਡਿਜ਼ਾਈਨ ਸਾਡੇ ਸਟੂਡੈਂਟਸ ਨੇ ਮਿਲ ਕੇ ਤਿਆਰ ਕੀਤੀ ਹੈ। ਠੀਕ ਹੈ, ਇਸ ਟਾਈਮ ਅਸੀਂ ਜਿਸ ਤੁਸੀਂ ਡਰੈਸ ਦੇਖ ਰਹੇ ਹੋ, ਠੀਕ ਹੈ, ਮਾਸਕ ਤੋਂ ਤਿਆਰ ਹੋਈ ਹੈ ਕਿਉਂਕਿ ਕੋਵਿਡ ਦਾ ਟਾਈਮ ਹੈ। ਠੀਕ ਹੈ, ਉਹਦੇ ਤੋਂ ਇੰਸਪਾਇਰ ਹੋ ਕੇ ਸਾਡੇ ਸਟੂਡੈਂਟਸ ਨੇ ਡਰੈਸ ਤਿਆਰ ਕੀਤੀ ਹੈ। ਦੈਨ ਉਸ ਤੋਂ ਬਾਅਦ ਨਿਊਜ਼ਪੇਪਰ ਡਰੈਸ ਬਣਾਈ ਹੈ ਜੋ ਕਿ ਇਕੋ ਫਰੈਂਡਲੀ ਡਰੈਸ ਹੈ। ਠੀਕ ਹੈ, ਮਤਲਬ ਇਕੋ ਫਰੈਂਡਲੀ ਮੈਸੇਜ ਦੇਣ ਲਈ ਵੀ ਇੱਕ ਡਰੈਸ ਤਿਆਰ ਕੀਤੀ। ਬਿਲਕੁਲ ਗ੍ਰੀਨ ਫੈਸ਼ਨ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਇਸ ਟਾਈਮ ਦੇ ਉੱਤੇ। ਠੀਕ ਹੈ, ਤੇ ਤੁਸੀਂ ਇਹ ਦੇਖ ਸਕਦੇ ਹੋ ਜੂਟ ਹੈ ਜੋ ਕਿ ਰੀਸਾਈਕਲ ਹੋ ਜਾਂਦਾ ਬਹੁਤ ਈਜ਼ੀਲੀ। ਠੀਕ ਹੈ, ਉਹਦੀ ਡਰੈਸ ਬਣਾਈ ਹੈ। ਇਸ ਤੋਂ ਇਲਾਵਾ ਜੇ ਤੁਸੀਂ ਦੇਖ ਰਹੇ ਹੋ ਸਾਡੇ ਜਿਹੜੇ ਸਟੂਡੈਂਟਸ ਹੈ, ਠੀਕ ਹੈ, ਉਹਨਾਂ ਨੇ ਜੋ ਡਰੈਸਿਸ ਵੇਅਰ ਕੀਤੀਆਂ ਹੋਈਆਂ ਵਾ, ਠੀਕ ਹੈ, ਉਹ ਵੀ ਉਹਨਾਂ ਨੇ ਖੁਦ ਹੀ ਡਰੈਸਿਸ ਡਿਜ਼ਾਈਨ ਕੀਤੀਆਂ ਅਤੇ ਸਟਿਚ ਕੀਤੀਆਂ। ਮੈਮ, ਇਸ ਤੋਂ ਇਲਾਵਾ ਫੈਸ਼ਨ ਡਿਜ਼ਾਈਨਿੰਗ 'ਚ ਕੀ ਸਿਖਾਉਂਦੇ ਆ ਕਾਲਜ ਦੇ ਵਿੱਚ? ਅਸੀਂ ਬੇਸਿਕ ਤੋਂ ਸਟਾਰਟ ਕਰਦੇ ਹਾਂ ਜੀ। ਬਿਲਕੁਲ ਇਹਨਾਂ ਨੂੰ ਅਸੀਂ ਕੱਪੜੇ 'ਤੇ ਕਿੱਦਾਂ ਡਿਜ਼ਾਈਨਿੰਗ ਕਰਨੀ ਹੈ, ਕਿੱਦਾਂ ਸਟਿਚ ਕਰਨਾ, ਕਿੱਦਾਂ ਕਟਿੰਗ ਕਰਨੀ ਹੈ। ਇਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਸੌਫਟਵੇਅਰ ਸਿਖਾਉਂਦੇ ਹਾਂ ਜਿੱਦਾਂ ਕੋਰਲ ਡਰੋ ਹੋ ਗਿਆ, ਇਲਾਸਟ੍ਰੇਟਰ ਹੋ ਗਿਆ, ਜਿਹਦੇ ਨਾਲ ਇਹਨਾਂ ਦਾ ਹੱਥ ਖੁੱਲ੍ਹਦਾ ਹੈ। ਠੀਕ ਹੈ, ਕੱਲ੍ਹ ਨੂੰ ਇਨ ਫਿਊਚਰ ਜੇ ਜੋਬ ਕਰਨਾ ਚਾਹੁੰਦੇ ਹੈ, ਠੀਕ ਹੈ, ਕਰ ਸਕਦੇ ਆ, ਅਦਰਵਾਈਜ਼ ਹੀ ਆਪਣਾ ਕੰਮ ਖੋਲ੍ਹ ਸਕਦੇ ਆ। ਥੈਂਕ ਯੂ ਗੱਲਬਾਤ ਲਈ। ਸੋ ਤੁਸੀਂ ਦੇਖ ਸਕਦੇ ਹੋ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਦੇ ਵਿੱਚ ਕਾਲਜ ਦੇ ਸਟੂਡੈਂਟ ਵੱਲੋਂ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦੇ ਸੂਟ ਤਿਆਰ ਕੀਤੇ ਗਏ ਨੇ। ਹੋਰ ਵੀ ਡਿਪਾਰਟਮੈਂਟ ਵੱਲੋਂ ਜਿਹੜੇ ਨੇ ਇੱਥੇ ਸਲੋਟ ਬਣਾਏ ਗਏ ਨੇ। ਇੱਧਰ ਜਿਹੜਾ ਹੈ
ਗਿੱਧਾ ਭੰਗੜੇ ਦਾ ਹੈ। ਤੁਸੀਂ ਦੇਖ ਸਕਦੇ ਹੋ ਥੱਲੇੋਂ ਜੀ ਆਇਆਂ ਨੂੰ ਲਿਖਿਆ ਹੈ ਪੰਜਾਬੀ ਵਿਹੜਾ, ਫੈਕਲਟੀ ਆਫ ਆਰਟ ਵੱਲੋਂ ਇੱਥੇ ਤਿਆਰ ਕੀਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ ਛੱਜ ਦੇ ਨਾਲ ਕਣਕ ਜਿਹੜੀ ਹੈ ਛੱਟੀ ਜਾ ਰਹੀ ਹੈ ਤੇ ਅੱਗੇ ਪੰਜਾਬੀ ਗੱਭਰੂ ਵੀ ਖੜੇ ਨੇ। ਗੱਲਬਾਤ ਕਰਦੇ ਹਾਂ ਡਿਪਾਰਟਮੈਂਟ ਦੇ ਨਾਲ ਵੀ। ਤੁਸੀਂ ਦੇਖ ਸਕਦੇ ਹੋ ਚਰਖਾ ਕੱਤਿਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਪੱਖੀ ਵੀ ਚੱਲ ਰਹੇ ਨੇ। ਕਾਲਜ ਦੇ ਸਟੂਡੈਂਟ ਨੇ ਪੰਜਾਬੀ ਵਿਰਸੇ ਨੂੰ ਰਿਪਰੈਜ਼ੈਂਟ ਕੀਤਾ ਹੈ। ਪੱਖੀਆਂ ਦੇ ਨਾਲ ਨਾਲ ਅੱਗੇ ਜਿਹੜੇ ਛੋਟੇ ਦੀਵੇ ਵੀ ਪਏ ਨੇ। ਪੁਰਾਣੇ ਟਾਈਮ ਜਿਹੜੀਆਂ ਪੱਖੀਆਂ ਚੱਲਦੀਆਂ ਸੀ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਦੀਆਂ, ਉਹ ਵੀ ਪਈਆਂ ਨੇ। ਘੜੇ ਜੋ ਕਿ ਅੱਜ ਕੱਲ੍ਹ ਅਸੀਂ ਜ਼ਿਆਦਾਤਰ ਘਰਾਂ ਦੇ ਵਿੱਚ ਭੁੱਲ ਚੁੱਕੇ ਹਾਂ, ਪਰ ਫਿਰ ਵੀ ਸਾਫ਼ ਪਾਣੀ ਦੇ ਲਈ ਪੁਰਾਣੇ ਟਾਈਮ ਵੀ ਘੜੇ ਵਰਤੇ ਜਾਂਦੇ ਸੀ, ਉਸ ਨੂੰ ਰਿਪਰੈਜ਼ੈਂਟ ਕੀਤਾ ਹੈ। ਨਾਲ ਦੀ ਨਾਲ ਜਿਹੜੇ ਪੁਰਾਣੇ ਬਰਤਨ ਵੀ ਨੇ ਉਹ ਵੀ ਇੱਥੇ ਪਏ ਨੇ। ਤਾਂਬੇ ਪਿੱਤਲ ਦੇ ਬਰਤਨ, ਉਹਨਾਂ ਦਾ ਜਿਹੜਾ ਕੰਮ ਸੀ ਲਗਭਗ ਲੋਕ ਅੱਜ ਕੱਲ੍ਹ ਭੁੱਲ ਹੀ ਚੁੱਕੇ ਨੇ। ਸੋ ਪੁਰਾਣੇ ਆਰਟ ਨੂੰ ਪ੍ਰਮੋਟ ਕਰਨ ਦੇ ਲਈ ਟ੍ਰਿੰਟੀ ਕਾਲਜ ਜਲੰਧਰ ਦੇ ਵਿੱਚ ਜਿਹੜੀ ਹੈ ਪ੍ਰਦਰਸ਼ਨੀ ਲਗਾਈ ਗਈ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹੈ ਲੜਕੀਆਂ ਦੇ ਹਾਰ ਸ਼ਿੰਗਾਰ ਦੇ ਲਈ ਪਰਾਂਦਾ ਪਿਆ ਹੈ, ਨਾਲ ਦੀ ਨਾਲ ਚੂੜਾ ਪਿਆ ਹੈ, ਪੰਜਾਬੀ ਜੁੱਤੀ ਵੀ ਹੈ ਤੇ ਦੇਖ ਸਕਦੇ ਹੋ ਤੁਸੀਂ। ਫੈਕਲਟੀ ਆਫ ਆਰਟ ਤੋਂ ਡਾਕਟਰ ਮਲਕੀਅਤ ਸਿੰਘ ਸਾਡੇ ਨਾਲ ਨੇ ਜੋ ਕਿ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਨਗੇ। ਸਰ ਕੀ ਚੀਜ਼ਾਂ ਇੱਥੇ ਜਿਹੜੀਆਂ ਨੇ ਤੁਸੀਂ ਆਰਟ ਦੀਆਂ ਪ੍ਰਮੋਟ ਕਰ ਰਹੇ ਹੋ? ਬੇਸਿਕਲੀ ਇਹ ਜਿਹੜਾ ਪੰਜਾਬੀ ਵਿਹੜਾ ਸਜਾਇਆ ਗਿਆ ਆ ਇਹ ਅੱਜ ਦੀ ਜਨਰੇਸ਼ਨ ਨੂੰ ਦਿਖਾਉਣ ਵਾਸਤੇ ਹੈਗਾ ਆ, ਕਿਉਂਕਿ ਅੱਜ ਦੀ ਜਨਰੇਸ਼ਨ ਜਿਹੜੀ ਆ ਉਹ ਇਹਨਾਂ ਸਾਰੀਆਂ ਵਸਤਾਂ ਨੂੰ ਭੁਲਾ ਚੁੱਕੀ ਹੈ, ਈਵਨ ਕਿ ਮਨਫੀ ਕਰ ਚੁੱਕੀ ਹੈ। ਕਿਸੇ ਨੂੰ ਇਹ ਨਹੀਂ ਪਤਾ ਹੈਗਾ ਵੀ ਇਹ ਸਿਸਟਮ ਕਿੱਥੋਂ ਚੱਲਦਾ ਹੈ, ਕਿਉਂਕਿ ਇਹ ਸਾਡਾ ਕਲਚਰ ਆ, ਫੋਕ ਆ ਸਾਡਾ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਨੂੰ ਅੱਗੇ ਲਿਆਉਂਦਾ ਆ। ਜਿਵੇਂ ਇਹ ਲੜਕੀ ਇੱਥੇ ਕਣਕ ਜਿਹੜੀ ਆ ਨਾ ਛੱਟ ਰਹੀ ਹੈਗੀ ਆ, ਇਹ ਕਿਸੇ ਨੂੰ ਪਤਾ ਨਹੀਂ ਹੈਗਾ, ਕਿਉਂਕਿ ਅੱਜ ਕੱਲ੍ਹ ਤਾਂ ਚੱਕੀਆਂ ਦੇ ਵਿੱਚੋਂ ਜਾਂ ਵੱਡੇ ਵੱਡੇ ਸ਼ਾਪਸ ਮਾਲ ਦੇ ਵਿੱਚੋਂ ਸਿੱਧਾ ਹੀ ਆਟਾ ਲੈ ਕੇ ਆਉਂਦੇ ਨੇ। ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਇਹ ਆਟਾ ਜਿਹੜਾ ਨਾ ਇਹ ਕਣਕ ਤੋਂ ਨਿਕਲਦਾ, ਇਹ ਕਿੱਥੋਂ ਨਿਕਲਦਾ ਹੈ। ਚਰਖਾ, ਮੈਂ ਚਰਖੇ ਦੀ ਗੱਲ ਕਰਾਂਗਾ ਕਿ ਮੈਂ ਪੂਰੇ ਜਲੰਧਰ ਦੇ ਵਿੱਚ ਫਿਰ ਕੇ ਦੇਖਿਆ, ਮੈਨੂੰ ਚਰਖਾ ਜਿਹੜਾ ਨਾ ਬਹੁਤ ਘੱਟ ਜਿਹੜਾ ਹੈ ਨਾ ਉਹ ਮਿਲਿਆ, ਈਵਨ ਕਿ ਆਰਟੀਫਿਸ਼ਲ ਮਿਲਦਾ ਰਿਹਾ ਦੁਕਾਨ ਦੇ ਵਿੱਚੋਂ। ਪਰ ਮੈਂ ਕਿਹਾ ਨਹੀਂ, ਓਰੀਜਨਲ ਲੈ ਕੇ ਜਾਣਾ ਹੈ। ਫਿਰ ਵੀ ਕੋਈ ਕਮੀ ਮੈਨੂੰ ਲੱਗਦਾ ਹੈ ਕਿ ਉਹ ਰਹਿ ਰੂ ਗਈ ਹੋਵੇਗੀ, ਵੱਖਰੀ ਗੱਲ ਆ, ਕਿਉਂਕਿ ਇਹਨਾਂ ਤੋਂ ਸਾਰੇ ਬੇਮੁਖ ਹੋ ਚੁੱਕੇ ਨੇ। ਚਾਟੀ ਮਧਾਣੀ ਲੱਗੀ ਆ ਜੀ, ਇਹ ਲੜਕੀ ਫੁਲਕਾਰੀ ਕੱਢ ਰਹੀ ਹੈ ਜੀ। ਇੱਧਰ ਕੁਝ ਪੁਰਾਣੇ ਬਰਤਨ ਲੱਗੇ ਨੇ, ਮਿੱਟੀ ਦੇ ਭਾਂਡੇ ਵੀ ਲੱਗੇ ਨੇ ਜਿਨ੍ਹਾਂ ਨੂੰ ਕੋਈ ਯੂਜ਼ ਕਰਦੇ ਸੀਗੇ। ਉਹ ਮਿੱਟੀ ਦੇ ਭਾਂਡੇ ਜਿਹੜੇ ਕਿ ਸਾਡੇ ਲਈ ਬਹੁਤ ਸਾਇੰਟੀਫਿਕ ਹੁੰਦੇ ਸੀਗੇ, ਈਵਨ ਕਿ ਲੋਕ ਘੜਿਆਂ 'ਚ ਪਾਣੀ ਰੱਖਦੇ ਹੁੰਦੇ ਸੀ, ਉਹ ਘੜਿਆਂ ਵਾਲਾ ਪਾਣੀ ਪੀਂਦੇ ਸੀਗੇ। ਹੁਣ ਜਿਹੜਾ ਇਹਨਾਂ ਫਿਲਟਰ ਸਿਸਟਮ ਆ ਗਿਆ ਆ, ਯਾਨੀ ਕਿ ਸਾਰਾ ਕੁਛ ਹੀ ਖਤਮ ਕਰ ਦਿੱਤਾ ਜਾਂਦਾ ਆ ਪਾਣੀ ਤੋਂ, ਅਤੇ ਉਹ ਪਾਣੀ ਜਿਹੜਾ ਨਾ ਅਸੀਂ ਪੀਂਦੇ ਹਾਂ। ਫਿਰ ਉਸ ਤੋਂ ਬਾਅਦ ਨਾਲ ਥੋੜ੍ਹਾ ਜਿਹਾ ਵਿਆਹ ਦਾ ਰੱਖਿਆ ਹੋਇਆ ਸਿਸਟਮ। ਚੂੜੀਆਂ ਇਹ ਵੀ ਅੱਜ ਕੱਲ੍ਹ ਖਤਮ ਹੋ ਚੁੱਕੀਆਂ ਨੇ, ਕੋਈ ਚੂੜੀਆਂ ਦਾ ਤਾਂ ਵੈਸੇ ਅੱਜ ਕੱਲ੍ਹ ਕੋਈ ਨਾਮ ਨਹੀਂ ਲੈਂਦਾ ਹੈਗਾ। ਸਰਮਨੀਆਂ ਉਹ ਜਿਹੜੀਆਂ ਨਵੀਆਂ ਆ ਗਈਆਂ ਨੇ, ਬੈਂਗਲ ਸਰਮਨੀ ਇਹਨੂੰ ਕਹਿ ਦਿੰਦੇ ਨੇ, ਹੈ ਤਾਂ ਚੂੜੀਆਂ ਹੀ ਨੇ। ਉਹ ਬੇਸਿਕਲੀ ਪਾਰਟੀਕੂਲਰ ਜਿਹੜੇ ਸ਼ਬਦ ਜਿਹੜਾ ਨਾ ਉਹ ਮਨਫੀ ਹੋਈ ਜਾ ਰਹੇ ਨੇ। ਥੋੜ੍ਹਾ ਜਿਹਾ ਅਸੀਂ ਇਹ ਲੋਕ ਸਾਜ਼ ਨਾਲ ਸੰਬੰਧਿਤ ਵੀ ਰੱਖਿਆ ਆ। ਇਹ ਲੋਕ ਸਾਜ਼ ਇਹਦਾ ਗੁਰਮਤਿ ਕਾਵਿ ਦੇ ਨਾਲ, ਭਗਤੀ ਕਾਵਿ ਦੇ ਨਾਲ, ਈਵਨ ਕਿ ਤਾਨਸੈਨ ਦੇ ਨਾਲ ਵੀ ਇਹਦਾ ਜਿਹੜਾ ਰਿਸ਼ਤਾ ਜੁੜ ਜਾਂਦਾ ਆ। ਇਹ ਕਲਾਸੀਕਲੀ ਹੈਗਾ ਆ, ਔਰ ਇਹਦੇ 'ਤੇ ਜ਼ਿਆਦਾਤਰ ਲੋਕ ਪਹਿਲਾਂ ਰਾਗਾਂ ਦੇ ਆਧਾਰ 'ਤੇ ਜਦੋਂ ਕੀਰਤਨ ਕਰਦੇ ਸੀਗੇ ਗੁਰਮਤਿ ਪਰੰਪਰਾ ਦੇ ਵਿੱਚ ਇਹਨੂੰ ਯੂਜ਼ ਕਰਦੇ ਸੀ ਸਾਰਾ ਕੁਛ। ਸਰ ਹੋਰ ਆਰਟ ਦੇ ਡਿਪਾਰਟਮੈਂਟ ਦੇ ਵਿੱਚ ਕਿਹੋ ਜਿਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਾਲਜ ਦੇ ਵਿੱਚ? ਕਾਲਜ ਦੇ ਵਿੱਚ ਬੇਸਿਕਲੀ ਫੈਕਲਟੀ ਆਫ ਆਰਟਸ ਵੱਲੋਂ ਅਸੀਂ ਸਾਰੀ ਜਨਰੇਸ਼ਨ ਨੂੰ ਜਿਵੇਂ ਬੈਕ ਟੂ ਕਿਵੇਂ ਪਾਣੀ ਪਰਤਣਗੇ ਬੈਕ, ਕਿ ਅਸੀਂ ਕਿਉਂਕਿ ਇਹ ਜਿਹੜੀਆਂ ਹੁਣ ਵਾਲੀਆਂ ਸਾਰੀਆਂ ਵਸਤਾਂ ਹੈਗੀਆਂ ਨੇ ਇਹਨਾਂ ਦੇ ਬੀਜ ਰੂਪ ਜਿਹੜੇ ਆ ਨਾ ਪਹਿਲਾਂ ਹੀ ਪਏ ਹੋਏ ਸੀਗੇ, ਅਤੇ ਅਸੀਂ ਸਾਡਾ ਇਹ ਮਕਸਦ ਹੁੰਦਾ ਹੈ ਕਿ ਅੱਜ ਦੀ ਜਨਰੇਸ਼ਨ ਨੂੰ ਪੁਰਾਣੀ ਪਰੰਪਰਾ ਦੇ ਨਾਲ ਥੋੜ੍ਹਾ ਜਿਹਾ ਜੋੜਿਆ ਜਾਵੇ। ਠੀਕ ਆ। ਬੇਸਿਕਲੀ ਮੈਂ ਇੱਕ ਇੱਥੇ ਸ਼ਿਵ ਕੁਮਾਰ ਦੀ ਉਦਾਹਰਨ ਦੇਵਾਂਗੇ। ਇੱਕ ਟੀਚਰ ਸੀਗਾ, ਉਹ ਟੀਚਰ ਜਾ ਰਿਹਾ ਸੀਗਾ ਸਾਈਕਲ 'ਤੇ, ਅਤੇ ਰਸਤੇ 'ਚੋਂ ਹਰੇਕ ਜਿਹੜੀ ਵੀ ਚੀਜ਼ ਉਹਨੂੰ ਲੱਭਦੀ ਸੀ ਨਾ ਉਹ ਆਪਣੇ ਸਾਈਕਲ 'ਤੇ ਰੱਖ ਲੈਂਦਾ ਸੀਗਾ।
ਤੇ ਬਾਅਦ ਵਿੱਚ ਰਸਤੇ 'ਚ ਉਹਨੂੰ ਇੱਕ ਬੰਦਾ ਮਿਲਿਆ, ਕਹਿੰਦਾ ਕਿ ਇਹ ਮਾਸਟਰ ਜੀ, ਇਹ ਤੁਸੀਂ ਇਹ ਵਸਤਾਂ ਇਕੱਠੀਆਂ ਕਰਕੇ ਕਿਉਂ ਲੈ ਕੇ ਜਾ ਰਹੇ ਹੋ? ਉਹ ਕਹਿੰਦਾ ਕਿ ਅੱਜ ਦੀ ਜਨਰੇਸ਼ਨ ਨੂੰ ਪਤਾ ਨਹੀਂ ਹੈਗਾ ਵੀ ਇਹ ਕੀ ਹੁੰਦੇ ਆ। ਈਵਨ ਦਾਤਰੀ, ਰੰਬਾ, ਇਹਨਾਂ ਦਾ ਪਤਾ ਨਹੀਂ ਹੁੰਦਾ, ਇਸ ਕਰਕੇ ਮੈਂ ਇਕੱਠੀਆਂ ਕਰਕੇ ਲੈ ਜਾ ਕੇ ਪ੍ਰੈਕਟੀਕਲੀ ਉਹਨਾਂ ਨੂੰ ਦਿਖਾਵਾਂ ਵੀ ਇਹ ਚੀਜ਼ ਜਿਹੜੀਆਂ ਨਾ ਉਹਨਾਂ ਨੂੰ ਇਹਨੂੰ ਆਹ ਕਹਿੰਦੇ, ਰੰਬੇ ਨੂੰ ਰੰਬਾ ਕਹਿੰਦੇ, ਰੰਬੀ ਨੂੰ ਕੀ ਕਹਿੰਦੇ ਆ, ਦਾਤਰੀ ਨੂੰ ਕੀ ਕਹਿੰਦੇ, ਕਈ ਕਿੱਦਾਂ ਦੀ ਹੁੰਦੀ ਆ, ਅੱਕ ਦੇ ਬੂਟੇ ਦਾ ਨਹੀਂ ਕਿਸੇ ਨੂੰ ਪਤਾ। ਸੋ ਉਹਨਾਂ ਚੀਜ਼ਾਂ ਦੇ ਨਾਲ ਸਾਡਾ ਮਕਸਦ ਹੈ ਕਿ ਅੱਜ ਦੀ ਜਨਰੇਸ਼ਨ ਜਿਹੜੀ ਆ ਨਾ ਉਹਨੂੰ ਜੋੜਿਆ ਜਾਵੇ ਪੰਜਾਬੀ ਵਿਰਸੇ ਦੇ ਨਾਲ। ਸ਼ੁਕਰੀਆ ਸਰ ਗੱਲਬਾਤ ਦੇ ਲਈ। ਸੋ ਤੁਸੀਂ ਦੇਖ ਸਕਦੇ ਹੋ ਇੱਥੇ ਆਰਟ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਪੁਰਾਣੇ ਟਾਈਮ ਦੇ ਜਿਹੜੀਆਂ ਵਿਸਰ ਚੁੱਕੇ ਨੇ ਅੱਜ ਕੱਲ੍ਹ ਪੰਜਾਬੀ, ਉਸ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ। ਡਿਪਾਰਟਮੈਂਟ ਆਫ ਆਰਟ ਤੋਂ ਬਾਅਦ ਇੱਥੇ ਜਿਹੜੀ ਹੈ ਨਵੀਂ ਲਾਇਬ੍ਰੇਰੀ ਵੀ ਤਿਆਰ ਕੀਤੀ ਗਈ ਹੈ, ਜਿੱਥੇ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਕਿਤਾਬਾਂ UGC ਦੀਆਂ ਨੇ। ਇਸ ਤੋਂ ਇਲਾਵਾ ਵੀ ਜਿਹੜੀਆਂ ਨੇ ਇੱਥੇ ਜਨਰਲ ਨੌਲੇਜ ਦੀਆਂ ਕਿਤਾਬਾਂ ਵੀ ਅਵੇਲੇਬਲ ਨੇ, ਤੇ ਇਸ ਤੋਂ ਇਲਾਵਾ ਜਿਹੜੀਆਂ ਮੈਗਜ਼ੀਨ ਵਗੈਰਾ ਵੀ ਇੱਥੇ ਤੁਹਾਨੂੰ ਅਵੇਲੇਬਲ ਮਿਲ ਸਕਦੀਆਂ। ਸੋ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਜਰਨਲਸ ਵੀ ਅਵੇਲੇਬਲ ਨੇ, ਜੇਕਰ ਕਿਸੇ ਨੇ ਸਟੱਡੀ ਕਰਨੀ ਆ ਤੇ ਇੱਥੇ ਆ ਸਕਦਾ ਹੈ। ਇਸ ਤੋਂ ਜਿਹੜਾ ਅਗਲਾ ਹੈ ਡਿਪਾਰਟਮੈਂਟ ਆਫ ਸਾਇੰਸ ਹੈ, ਸਰਵਿੰਗ ਹਿਊਮੈਨਿਟੀ ਥਰੂ ਆਰਗੇਨਾਈਜ਼ਡ ਨੌਲੇਜ। ਸੋ ਤੁਸੀਂ ਦੇਖ ਸਕਦੇ ਹੋ ਡਿਪਾਰਟਮੈਂਟ ਆਫ ਸਾਇੰਸ ਦੇ ਵੱਲੋਂ ਇੱਥੇ ਤਿਆਰੀ ਕੀਤੀ ਗਈ ਹੈ ਕਿ ਕੀ ਹੈ ਉਹਨਾਂ ਦੇ ਵੱਲੋਂ ਤਿਆਰੀ, ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਕੀ ਨਾਮ ਹੈ ਤੁਹਾਡਾ? ਅੰਜਲੀ ਕੌਸ਼ਿਕ। ਇੱਥੇ ਡਿਪਾਰਟਮੈਂਟ ਆਫ ਸਾਇੰਸ ਵੱਲੋਂ ਕਿਹੋ ਜਿਹੀ ਤਿਆਰੀ ਕੀਤੀ ਗਈ, ਕੀ ਹੈ ਇਹ ਰਿਪਰੈਜ਼ੈਂਟ ਕਰ ਰਹੇ ਹੋ? ਆਪਾਂ ਇੱਥੇ ਬਾਇਓਡਾਇਵਰਸਿਟੀ ਰਿਪਰੈਜ਼ੈਂਟ ਕਰ ਰਹੇ ਹਾਂ, ਜਿਹਦਾ ਕਿ ਮਤਲਬ ਆ ਆਪਣੀ ਵਿਭਿੰਨਤਾ ਲਿਵਿੰਗ ਆਰਗੇਨਿਜ਼ਮਸ ਦੇ ਵਿੱਚ, ਜਿੱਦਾਂ ਆਪਾਂ ਸਾਰੇ ਡਿਫਰੈਂਟ ਆ। ਸੋ ਆਪਾਂ ਉਹ ਇੱਥੇ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਸਾਰੇ ਆਰਗੇਨਿਜ਼ਮ, ਈਵਨ ਪਲਾਂਟ ਪ੍ਰੋਡਕਟਸ ਔਰ ਐਨੀਮਲਸ ਵੀ ਇੱਕ ਦੂਸਰੇ ਤੋਂ ਡਿਫਰੈਂਟ ਹੁੰਦੇ ਆ। ਸੋ ਉਹਦੇ ਪਿੱਛੇ ਰੀਜ਼ਨ ਕੀ ਹੁੰਦਾ, ਆਪਾਂ ਉਹ ਇੱਥੇ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਅੱਗੇ ਆਪਣੇ ਹੋਰ 2-3 ਪ੍ਰੋਡਕਟਸ ਆ, ਮਤਲਬ ਆਪਣੇ ਪ੍ਰੋਜੈਕਟਸ ਆ ਫਿਜ਼ਿਕਸ ਦੇ ਉੱਪਰ ਰਿਲੇਟਡ ਆ, ਉਹ ਵੀ ਆਪਾਂ ਉੱਥੇ ਸ਼ੋਅ ਕੀਤੇ ਹੋਏ ਆ। ਸੋ ਤੁਸੀਂ ਦੇਖ ਸਕਦੇ ਹੋ ਡਿਪਾਰਟਮੈਂਟ ਆਫ ਸਾਇੰਸ ਦੇ ਵਿੱਚ ਜੋ ਵੀ ਸਾਡੇ ਐਗਰੀਕਲਚਰ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ, ਉਹ ਚੀਜ਼ਾਂ ਨੂੰ ਜਿਹੜਾ ਹੈ ਸ਼ੋਅ ਕੀਤਾ ਗਿਆ ਹੈ। ਅੱਗੇ ਚੱਲਦੇ ਹਾਂ ਡਿਪਾਰਟਮੈਂਟ ਆਫ ਇਕਨੋਮਿਕਸ ਦਾ ਹੈ ਡਿਪਾਰਟਮੈਂਟ, ਉੱਥੇ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ। ਹੈਲੋ ਮੈਮ, ਕੀ ਨਾਮ ਹੈ? ਰਿਬੇਕਾ। ਰੂਬੇਕਾ। ਹਾਂਜੀ, ਰਿਬੇਕਾ। ਤੇ ਮੈਮ ਜਿਹੜਾ ਡਿਪਾਰਟਮੈਂਟ ਆਫ ਇਕਨੋਮਿਕਸ ਹੈ, ਇੱਥੇ ਜਿਹੜੀ ਹੈ ਕੀ ਚੀਜ਼ ਐਕਸਪਲੇਨ ਕਰੋ। ਇੱਥੇ ਐਵੋਲੂਸ਼ਨ ਆਫ ਮਨੀ ਦੇ ਬਾਰੇ ਦੱਸਿਆ ਗਿਆ ਵਾ, ਜਿਹਦੇ ਵਿੱਚ ਕਿ ਅਲੱਗ-ਅਲੱਗ ਸਟੇजेस ਦੇ ਬਾਰੇ ਅਸੀਂ ਮੈਂਸ਼ਨ ਕੀਤਾ ਵਾ, ਪ੍ਰੈਜ਼ੈਂਟ ਕਰ ਰਹੇ ਪਏ। ਉਹਨਾਂ ਦੀ ਹਰ ਇੱਕ ਸਟੇਜ ਦੀ ਡਿਸਐਡਵਾਂਟੇजेस ਤੇ ਐਡਵਾਂਟੇजेस ਵੀ ਇਹਨਾਂ ਦੇ ਸਾਰਾ ਡਿਪਿਕਟ ਕੀਤਾ ਪਿਆ। ਓਕੇ, ਪੁਰਾਣੇ ਟਾਈਮ ਜੋ ਮਨੀ ਚੱਲਦੀ ਸੀ ਤੇ ਅੱਜ ਦੇ ਟਾਈਮ ਮਨੀ, ਉਸ ਦੇ ਫਾਇਦੇ ਤੇ ਨੁਕਸਾਨ। ਹਾਂਜੀ। ਤੇ ਇਸ ਤੋਂ ਇਲਾਵਾ ਇਕਨੋਮਿਕ ਡਿਪਾਰਟਮੈਂਟ 'ਚ ਕੀ ਕਰਾਉਂਦੇ ਨੇ ਤੁਹਾਨੂੰ? ਸਾਨੂੰ ਸਾਰੇ ਡਿਫਰੈਂਟ ਕਰਿਕੂਲਰ ਜਿਹੜੀਆਂ ਵੀ ਐਕਟੀਵਿਟੀਜ਼ ਆ, ਵੱਖਰੀਆਂ ਐਕਟੀਵਿਟੀਜ਼, ਉਹ ਸਭ ਦੇ ਬਾਰੇ ਸਾਨੂੰ ਦੱਸਦੇ ਆ। ਕੋਈ ਵੀ ਸਪੋਰਟਸ ਆ ਜਾਂ ਕੋਈ ਵੀ ਆ, ਕੋਈ ਇਕਨੋਮਿਕਸ ਦੇ ਰਿਲੇਟਡ ਆ, ਕੋਈ ਜੌਬਸ ਆ, ਉਹ ਸਾਨੂੰ ਸਾਰਾ ਕੁਝ ਫੈਕਲਟੀਜ਼ ਦੇ ਬਾਰੇ ਦੱਸਦੇ ਨੇ। ਤੇ ਸ਼ੁਕਰੀਆ ਜਾਣਕਾਰੀ ਲਈ। ਸੋ ਇਹ ਡਿਪਾਰਟਮੈਂਟ ਆਫ ਇਕਨੋਮਿਕਸ ਆ, ਜਿੱਥੇ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਪੁਰਾਣੇ ਟਾਈਮ ਦੇ ਵਿੱਚ ਕਿੱਦਾਂ ਦੇ ਜਿਹੜੇ ਪੈਸੇ ਯੂਜ਼ ਕੀਤੇ ਜਾ ਰਹੇ ਸੀ, ਉਸ ਦੇ ਫਾਇਦੇ ਨੁਕਸਾਨ। ਤੇ ਅਗਲਾ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਹੈ, ਤੇ ਕੰਪਿਊਟਰ ਸਾਇੰਸ ਡਿਪਾਰਟਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਕੀ ਨਾਮ ਹੈ ਤੁਹਾਡਾ? ਦਿਕਸ਼ਾ ਗੁਪਤਾ। ਕੀ ਹੈ ਇਸ ਸਲਾਈਡ ਦੇ ਵਿੱਚ? ਇੱਥੇ ਇਨਸਾਈਡ ਕੰਪਿਊਟਰ ਹਾਰਡਵੇਅਰ ਕੰਪੋਨੈਂਟਸ ਐਕਸਪਲੇਨ ਕਰ ਦਿਓ ਇਸ ਬਾਰੇ। ਸਰ, ਇਹ ਕੰਪੋਨੈਂਟਸ ਆ ਕੰਪਿਊਟਰ ਦੇ, ਜਿੱਦਾਂ ਲਾਈਕ ਆ ਮਦਰਬੋਰਡ ਆ ਜੀ, ਇਹ ਜਿੱਦਾਂ ਕਿ ਮੇਨ ਬ੍ਰੇਨ ਹੁੰਦਾ ਇੱਕ ਹਿਸਾਬ ਦਾ ਕੰਪਿਊਟਰ ਦਾ। ਵਿਦਆਊਟ ਇਹਦੇ ਵਿੱਚ ਪ੍ਰੋਸੈਸਰ ਹੁੰਦਾ, ਮੈਮਰੀ ਸਲੋਟਸ ਹੁੰਦੀਆਂ ਹਨ, ਇਹ ਯੂਜ਼ ਹੁੰਦੇ ਆ। ਬਾਕੀ ਸਾਡੇ ਡੋਲੀ ਜੀ ਤੁਹਾਨੂੰ ਐਕਸਪਲੇਨ ਕਰਨਗੇ। ਚਲੋ, ਸੋ ਇਹ ਤੁਸੀਂ ਦੇਖ ਸਕਦੇ ਹੋ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਦਾ ਡਿਪਾਰਟਮੈਂਟ ਹੈ। ਇਸ ਤੋਂ ਲੱਗੇ ਜਿਹੜਾ ਹੈ ਕੰਪਿਊਟਰ ਨੈਟਵਰਕ ਦੇ ਵਿੱਚ ਕਲਾਊਡ ਕੰਪਿਊਟਿੰਗ ਜਿਹੜੀ ਹੈ, ਲੈਪਟਾਪ ਦੇ ਨਾਲ ਸਕਰੀਨ ਵੀ ਲਗਾਈਆਂ ਨੇ, ਡਾਟਾਬੇਸ ਹੈ, ਸਰਵਰ ਹੈ। ਕੀ ਹੈ ਇਹਦਾ ਮਤਲਬ, ਗੱਲਬਾਤ ਕਰਾਂਗੇ। ਸਰ, ਕੀ ਚੀਜ਼ ਹੈ ਬਣਾਈ ਗਈ ਤੁਹਾਡੇ ਵੱਲੋਂ? ਸਰ, ਇੱਕ ਆਨਲਾਈਨ ਕਨਸੈਪਟ ਹੈਗਾ, ਜਿਹਦੇ ਵੀ ਸਿਸਟਮਸ ਪਏ ਨੇ, ਆਪਾਂ ਇਹਨਾਂ ਸਿਸਟਮ 'ਤੇ ਕੰਮ ਕਰਕੇ ਨਾ ਆਨਲਾਈਨ ਉਹਨੂੰ ਡਾਟਾ ਮਤਲਬ ਕਲਾਊਡ ਵਿੱਚ ਸੇਵ ਕਰ ਦਿੰਦੇ ਆ। ਫਿਰ ਜਦੋਂ ਵੀ ਬਾਈ ਚਾਂਸ ਜੇ ਸਮਝ ਲਓ ਕਿ ਮੈਂ ਕਿੱਥੇ ਚੱਲ ਗਿਆ, ਆਪਣਾ ਲੈਪਟਾਪ ਛੱਡਤਾ, ਤਾਂ ਮੈਂ ਫ਼ੋਨ ਦੇ ਜ਼ਰੀਏ ਵੀ ਉਸ ਡਾਟਾ ਐਕਸੈਸ ਕਰ ਸਕਦਾ ਵਾ, ਅਤੇ ਫ਼ੋਨ ਦੇ ਜ਼ਰੀਏ ਵੀ ਉਹ ਸਾਰਾ ਕੰਮ ਮੈਂ ਇੱਥੇ ਕਰਕੇ ਉਹਨੂੰ ਸਟੋਰ ਕਰਕੇ ਕੋਈ ਵੀ ਹੁਣ ਹੈਗਾ ਮੇਰੇ ਈਮੇਲ ਆਈਡੀ ਵਗੈਰਾ, ਉਹ ਜਿਨ੍ਹਾਂ ਨੂੰ ਮਤਲਬ ਹੈਗੀ ਆ, ਉਹਨਾਂ ਨੂੰ ਮੈਂ ਸੈਂਡ ਕਰਕੇ ਸ਼ੇਅਰ ਵੀ ਕਰ ਸਕਦਾ। ਅਤੇ ਮਤਲਬ ਇਹ ਸਾਰਾ ਇੱਕ ਕੋਲੈਬੋਰੇਟ ਹੀ ਆ, ਸਾਰਾ ਆਪਾਂ ਮਿਲ ਕੇ ਕੰਮ ਕਰ ਸਕਦੇ ਹਾਂ। ਅਤੇ ਆਨਲਾਈਨ ਹੋ ਰਿਹਾ ਤਾਂ ਮਤਲਬ ਕੋਈ ਲਾਸ ਨਹੀਂ ਹੋ ਰਿਹਾ, ਲੈਸ ਕਾਸਟ ਹੁੰਦਾ ਵਾ,
ਤੇ ਫਿਰ ਜਦੋਂ ਮਰਜ਼ੀ ਆਪਾਂ ਯੂਜ਼ ਕਰ ਸਕਦੇ ਹਾਂ, ਐਨੀਵੇਅਰ ਐਨੀ ਟਾਈਮ। ਡਾਟਾ ਜਿਹੜਾ ਹੈ ਕਿਸੇ ਵੀ ਫਾਰਮ 'ਚ ਸੇਵ ਕਰ ਸਕਦੇ ਹਾਂ। ਯੈਸ ਸਰ, ਕਿਸੇ ਵੀ ਫਾਰਮ ਤੇ ਸੇਵ ਹੋ ਸਕਦਾ ਹੈ, PDF ਹੈ, ਡਾਕੂਮੈਂਟ ਹੈ, PPT, ਕੋਈ ਵੀ ਫਾਰਮ 'ਚ। ਈਵਨ ਸਾਡੇ ਮਤਲਬ ਜਿੱਦਾਂ ਕਿ Amazon, Flipkart ਤੋਂ ਆਪਾਂ ਕੋਈ ਆਰਡਰ ਵੀ ਦਿੱਤਾ, ਉਹਨਾਂ ਦੇ ਬਿੱਲ ਵੀ ਇੱਥੇ ਹੀ ਸੇਵ ਹੋਣਗੇ। ਕਿੰਨੇ GB ਤੱਕ ਦਾ ਡਾਟਾ ਸੇਵ ਹੋ ਸਕਦਾ ਹੈ? ਇਹ ਸਰ ਡਿਪੈਂਡ ਕਰਦਾ ਨਾ ਕੰਪਨੀਜ਼ ਤੇ ਡਿਪੈਂਡ ਕਰਦਾ, ਕਿਉਂਕਿ ਸਰਵਿਸ ਪ੍ਰੋਵਾਈਡਰ ਨਾ ਤੁਹਾਨੂੰ ਸਬਸਕ੍ਰਿਪਸ਼ਨ ਦਿੰਦੇ ਹੁੰਦੇ ਨੇ ਕਿ ਤੁਸੀਂ ਇੰਨੇ ਮੰਥ ਦੇ ਤੁਹਾਨੂੰ ਪੇ ਕਰੋਗੇ ਤਾਂ ਅਸੀਂ ਤੁਹਾਨੂੰ ਇੰਨੇ GB ਡਾਟਾ ਦੇਵਾਂਗੇ, ਉਹਦੇ ਅਕੋਰਡਿੰਗ ਆ ਸਾਰਾ। ਸੋ ਤੁਸੀਂ ਦੇਖ ਸਕਦੇ ਹੋ ਕਲਾਊਡ ਕੰਪਿਊਟਿੰਗ ਦਾ ਵੀ ਜਿਹੜਾ ਹੈ ਐਕਸਪਲੇਨੇਸ਼ਨ ਕੀਤੀ ਕਿ ਆਨਲਾਈਨ ਡਾਟਾ ਜਿਹੜਾ ਹੈ ਇਹ ਕਲਾਊਡ ਦੇ ਵਿੱਚ ਸੇਵ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਕਿਵੇਂ ਡਾਟੇ ਨੂੰ ਜਿਹੜਾ ਹੈ ਫਿਊਚਰ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜਿਹੜੀ ਹੈ ਇੱਥੇ ਸਲਾਈਡ ਲਗਾਈ ਗਈ ਹੈ, ਗੱਲਬਾਤ ਕਰਾਂਗੇ। ਕੀ ਨਾਮ ਹੈ ਮੈਮ ਤੁਹਾਡਾ? ਕਸ਼ਿਸ਼। ਮੈਮ ਇੱਥੇ ਕੀ ਜਿਹੜਾ ਹੈ ਸ਼ੋਅ ਕੀਤਾ ਗਿਆ ਹੈ? ਇੱਥੇ ਸ਼ੇਅਰ ਮਾਰਕੀਟ ਦੇ ਬਾਰੇ ਸ਼ੋਅ ਕੀਤਾ ਗਿਆ ਹੈ। ਇਹ NSE ਮਾਡਲ ਹੈ, ਉਹ BSE ਮਾਡਲ ਹੈ ਤੇ ਇਹ ਟ੍ਰੇਡਿੰਗ ਐਨੀਮਲਸ ਹੈ। NSE माडल मीन्स कि ये नेशनल स्टॉक एक्सचेंज एंड बॉम्बे स्टॉक एक्सचेंज, और ये ट्रेडिंग एनिमल्स है कि शेयर मार्केट ਵਿੱਚ ट्रेडिंग एनिमल्स ਕੀ ਕੰਮ ਕਰਦੇ ਆ। ਮੈਮ ਇਸ ਟਾਈਮ ਕਿਹੜੇ ਸ਼ੇਅਰ ਦਾ ਜਿਹੜਾ ਹੈ ਫਾਇਦਾ ਹੈ ਪੈਸੇ ਲਗਾਉਣ ਦਾ, ਕੁਝ ਦੱਸ ਸਕਦੇ ਹੋ? ਇਹ ਤਾਂ ਟਾਈਮ ਦੇ ਅਕੋਰਡਿੰਗਲੀ ਹੁੰਦਾ, ਜਿੱਦਾਂ ਸ਼ੇਅਰਸ ਦੇ ਅਕੋਰਡਿੰਗਲੀ ਹੁੰਦਾ ਕਿ ਕਿਹੜਾ ਸ਼ੇਅਰਸ ਡਾਊਨ ਜਾ ਰਿਹਾ ਹੈ, ਕਿਹੜਾ ਸ਼ੇਅਰਸ ਹਾਈ ਜਾ ਰਿਹਾ ਹੈ। ਅਸੀਂ ਉਹਦੇ ਅਕੋਰਡਿੰਗਲੀ ਇਨਵੈਸਟ ਕਰਦੇ ਹਾਂ ਤਾਂ ਕਿ ਜਿਹਦੇ ਨਾਲ ਸਾਨੂੰ ਪ੍ਰੋਫਿਟ ਹੋ ਸਕੇ। ਇਹ ਚੀਜ਼ਾਂ ਸਾਰੀਆਂ ਵੀ ਕਾਲਜ ਦੇ ਵਿੱਚ ਦੱਸਦੇ ਨੇ। ਹਾਂਜੀ ਠੀਕ ਹੈ। ਤੋ ਦੇਖ ਸਕਦੇ ਹੋ ਤੁਸੀਂ ਅਗਲਾ ਡਿਪਾਰਟਮੈਂਟ ਆਫ ਮੈਡੀਕਲ ਲੈਬ ਸਾਇੰਸ ਹੈ ਤੇ ਇਹਨਾਂ ਵੱਲੋਂ ਵੀ ਜਿਹੜੀਆਂ ਨੇ ਅਲੱਗ-ਅਲੱਗ ਇੱਥੇ ਚੀਜ਼ਾਂ ਤਿਆਰ ਕੀਤੀਆਂ ਗਈਆਂ ਨੇ, ਗੱਲਬਾਤ ਕਰਾਂਗੇ। ਹੈਲੋ ਮੈਮ। Hello sir, welcome to our department. We are the students of MSc MLS Biochemistry and we have prepared 4 models: the circulatory system, skin, COVID-19 and the importance of medical laboratory scientists. So they will explain their models, sir. ਸੋ ਸਰਕੂਲੇਟਰੀ ਸਿਸਟਮ ਦੇ ਐਕਸਪਲੇਨੇਸ਼ਨ ਵੀ ਆਪਾਂ ਜਾਣਾਂਗੇ। ਮੈਮ ਕੀ ਹੈ ਇਹ? This is the circulatory system. That our heart is having the circulatory system. The first, the deoxygenated blood comes from the lungs and through right atrium, it goes through the right ventricle, through pulmonary veins, it go to the lungs, and now it carry oxygen and purify. Again, it back to the heart from pulmonary arteries. There is a left atrium and the left ventricle who takes part in all this circulatory system. ਸੋ ਤੁਸੀਂ ਦੇਖ ਸਕਦੇ ਹੋ ਬਾਡੀ ਦਾ ਸਰਕੂਲੇਟਰੀ ਸਿਸਟਮ ਐਕਸਪਲੇਨ ਕੀਤਾ ਹੈ। ਉਸ ਤੋਂ ਬਾਅਦ ਸਕਿਨ ਦੀਆਂ ਜਿਹੜੀਆਂ ਲੇਅਰਸ ਨੇ ਤੇ COVID-19 ਦੇ ਵਿੱਚ ਜੋ ਸਪਰੈਡਿੰਗ ਆਫ COVID-19 ਤੇ ਵੈਕਸੀਨੇਸ਼ਨ, ਉਸ ਦੀ ਵੀ ਐਕਸਪਲੇਨੇਸ਼ਨ ਇੱਥੇ ਕੀਤੀ ਗਈ ਹੈ। ਮੈਡੀਕਲ ਲੈਬ ਸਾਇੰਸ ਦੇ ਵਿੱਚ ਡਿਪਾਰਟਮੈਂਟ ਆਫ ਹੌਸਪਿਟੈਲਿਟੀ ਐਂਡ ਟੂਰਿਜ਼ਮ ਹੈ ਅੱਗੇ, ਉੱਥੇ ਗੱਲਬਾਤ ਕਰਾਂਗੇ। ਹੈਲੋ ਸਰ। ਸਰ ਕੀ ਨਾਮ ਹੈ ਤੁਹਾਡਾ? ਗੁਰਦਿਆਲ ਸਿੰਘ। ਸਰ ਜਿਹੜਾ ਇਸ ਡਿਪਾਰਟਮੈਂਟ ਦੇ ਵਿੱਚ ਕੀ ਪ੍ਰਦਰਸ਼ਨੀ ਕੀ ਲਗਾਈ ਹੈ? ਸਰ ਬੇਸਿਕਲੀ ਜਿਹੜਾ ਸਾਡਾ ਆਈਡੀਆ ਹੈਗਾ ਉਹ ਇਸ ਸੈਕਟਰ ਦਾ ਜੋ ਗ੍ਰੈਂਡਿਓਰ ਹੈ, ਗਲੈਮਰ ਹੈ, ਉਹ ਰਿਪਰੈਜ਼ੈਂਟ ਕੀਤਾ ਸੀ ਇਹਦੇ ਵਿੱਚ। ਅਲੋਂਗ ਵਿਦ ਵੀ ਹੈਵ ਟਰਾਈ ਟੂ ਰਿਪਰੈਜ਼ੈਂਟ ਦੀ ਇਕਨੋਮਿਕ ਰੋਲ ਆਫ ਦ ਸੈਕਟਰ। ਓਕੇ, ਤੁਸੀਂ ਹੌਸਪਿਟੈਲਿਟੀ ਤੇ ਟੂਰਿਜ਼ਮ ਦੇ ਵਿੱਚ ਕੀ ਕੰਮ ਹੋ ਰਹੇ ਨੇ ਉਹ ਵੀ ਐਕਸਪਲੇਨ ਕਰਦੇ ਹੋ? ਨਹੀਂ, ਅਸੀਂ ਇਹ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਟੂਰਿਜ਼ਮ ਸੈਕਟਰ ਦੇ ਵਿੱਚ ਜਿਹੜੀ ਆ ਫੋਰਨ ਐਕਸਚੇਂਜ ਅਰਨਿੰਗ ਐਂਡ ਇਨ ਟਰਮਸ ਆਫ ਜੌਬ ਕ੍ਰੀਏਸ਼ਨ ਕੀ ਉਹਦਾ ਰੋਲ ਹੈਗਾ। ਕਿਉਂਕਿ ਜੋ ਟੂਰਿਜ਼ਮ ਸੈਕਟਰ ਹੈ ਇਹਦੇ ਵਿੱਚ ਆਲਮੋਸਟ ਜਿਹੜੇ 10 ਨਿਊ ਜੌਬਸ ਕ੍ਰੀਏਟ ਹੋ ਰਹੀਆਂ, ਉਹਦੇ ਜਿਹੜੀਆਂ 4 ਜੌਬਸ ਹੈਗੀਆਂ ਦੇ ਆਰ ਬੀਇੰਗ ਕ੍ਰੀਏਟਡ ਇਨ ਟੂਰਿਜ਼ਮ ਸੈਕਟਰ ਐਂਡ ਇਨ ਟਰਮਸ ਆਫ ਅਰਨਿੰਗ ਆਫ ਫੋਰਨ ਐਕਸਚੇਂਜ ਟੂਰਿਜ਼ਮ ਸੈਕਟਰ ਇਜ਼ ਨੰਬਰ 2 ਇਨ ਇੰਡੀਅਨ ਇਕੋਨਮੀ। ਸੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕਹਿਣ ਦੇ ਮੁਤਾਬਿਕ ਟੂਰਿਜ਼ਮ ਸੈਕਟਰ ਜਿਹੜਾ ਹੈ ਇਸ ਟਾਈਮ ਦੂਸਰੇ ਨੰਬਰ 'ਤੇ ਹੈ। ਡਿਪਾਰਟਮੈਂਟ ਆਫ ਹੌਸਪਿਟੈਲਿਟੀ ਐਂਡ ਟੂਰਿਜ਼ਮ ਵੱਲੋਂ ਜਿਹੜਾ ਹੈ ਇੱਥੇ ਪ੍ਰਦਰਸ਼ਨੀ ਲਗਾਈ ਗਈ ਹੈ। PG ਡਿਪਾਰਟਮੈਂਟ ਆਫ ਕਮਰਸ ਵੀ ਇੱਥੇ ਹੈ। PG ਡਿਪਾਰਟਮੈਂਟ ਆਫ ਕਮਰਸ ਵੀ ਇੱਥੇ ਅਵੇਲੇਬਲ ਹੈ, ਉਹਨਾਂ ਵੱਲੋਂ ਵੀ ਪ੍ਰਦਰਸ਼ਨੀ ਲਗਾਈ ਗਈ ਹੈ, ਗੱਲਬਾਤ ਕਰਾਂਗੇ। ਹੈਲੋ ਮੈਮ। ਹਾਂਜੀ ਸਰ। ਮੈਮ ਨਾਮ ਕੀ ਹੈ ਤੁਹਾਡਾ? ਡਾਕਟਰ ਇੰਦਰਪ੍ਰੀਤ ਕੌਰ। ਓਕੇ ਮੈਮ, ਇੱਥੇ ਕਿਹੜੀ ਪ੍ਰਦਰਸ਼ਨੀ ਕਾਦੀ ਲਗਾਈ ਹੈ? Yeah, it is from the PG Department of Commerce. We are introducing our new product that is Trin.com sanitizer. ਮੈਮ ਇਹ ਸਟੂਡੈਂਟ ਵੱਲੋਂ ਹੀ ਸਭ ਤਿਆਰ ਕੀਤਾ ਹੈ? Yes sir, yes sir. We are promoting our brand for sanitizer and she is Ashna. She will let you know about all these things. Thank you so much. ਗੱਲਬਾਤ ਕਰਦੇ ਹਾਂ। ਹੈਲੋ ਆਸ਼ਨਾ ਮੈਮ, ਇਹ ਕਿੰਨਾ ਟਾਈਮ ਲੱਗਾ ਤੁਹਾਨੂੰ ਤਿਆਰ ਕਰਨ ਨੂੰ ਤੇ ਕਿਹੜੇ ਪ੍ਰੋਡਕਟ ਜਿਹੜੇ ਯੂਜ਼ ਹੋਏ? This is not manufactured by us. We are only marketing this product. Actually, not much chemicals are used in it. We are using 70% of ethyl alcohol, neem, basil leaves, glycerin, and for fragrance we are using chimney oil.
and vitamin E benefits are also available. This will not make your hands so harsh. This will moisturize our skin, as well as it will prevent us from damaging our skin cells as well. And today we are selling this at a rate of 40 rupees, giving 20% of discount today. ਅਗਰ ਕਿਸੇ ਨੂੰ 20% ਆਫ ਚਾਹੀਦਾ ਤੇ ਅੱਜ ਤੁਹਾਡੇ ਕੋਲ ਆ ਕੇ ਇੱਥੇ ਲੈ ਜਾ ਸਕਦਾ। It's available. ਠੀਕ ਹੈ, ਸੋ ਅਗਰ ਕਿਸੇ ਨੇ ਸ਼ਾਪਿੰਗ ਕਰਨੀ ਹੈ ਤੇ ਅੱਜ ਇੱਥੇ ਆ ਕੇ ਸੈਨੀਟਾਈਜ਼ਰ ਵੀ ਲੈ ਸਕਦਾ ਹੈ। ਅੱਗੇ ਡਿਪਾਰਟਮੈਂਟ ਜਿਹੜਾ ਹੈ ਕਮਰਸ ਇਜ਼ ਯੂਨੀਵਰਸਲ, ਮੈਮ ਇਸ ਦੇ ਵਿੱਚ ਕੀ ਐਕਸਪਲੇਨ ਕੀ ਕੀਤਾ ਹੈ? सर इसमें हमने वर्ल्ड ऑफ कॉमर्स का मतलब ये एक्सप्लेन किया है कि हमारी जो भी आसपास की जो चीज़ें हो रही हैं, ज़रूरी नहीं है कि ये कॉमर्स सिर्फ एक पर्टिकुलर ग्रुप के लिए है। ये सब कुछ, फॉर एग्जांपल आप मेरे से आप इंटरव्यू ले रहे हो, दिस इज़ कॉल्ड माय स्किल्स, कि कैसे मैं अपने आप को प्रेजेंट करूँगी, दिस इज़ कॉल्ड कॉमर्स। एंड वर्ल्ड ऑफ कॉमर्स में हमने क्या बताया कि जो ट्रेड होता है उसमें जो प्रॉब्लम्स आती है उसको ये कैसे रिमूव करता है। लाइक जैसे हमने इसमें बताया दीज आर द एड्स टू ट्रेड, मतलब अगर आपके कोई व्यापार में कोई प्रॉब्लम हो रही है तो ये जो चीज़ें हैं बैंकिंग, इंश्योरेंस, ये क्या करता है आपके जो ट्रेड है उसको अच्छे से करता है और आपको जो भी प्रॉब्लम फेस कर रहे हो वो आपको रिमूव करता है। ये हमने इसमें एड्स टू ट्रेड में बताया, ये हमारा प्रोजेक्ट है। ਕਮਰਸ ਦੇ ਵਿੱਚ ਮਤਲਬ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਕਾਲਜ ਦੇ ਵਿੱਚ ਐਕਸਪਲੇਨ ਕਰ ਰਹੇ ਨੇ? हाँ जी सर एक्चुअली कॉमर्स ज़रूरी नहीं है कि फॉर पर्टिकुलर, अगर आप मुझे पूछो कि मैं कॉमर्स स्टूडेंट हूँ, आप नहीं हो, ऐसा नहीं है। ये आप मेरे से इंटरव्यू भी ले रहे हो, ये भी आपकी स्किल्स हैं, ये भी कॉमर्स के अंडर ही आती हैं। ये होता है कि कम्युनिकेशन स्किल्स, आपने बात कैसे करनी है, आप मेरा इंटरव्यू ले रहे हो, मैं आपको बता रही हूँ, दिस ऑल आर कॉमर्स थिंग। मीन्स यू कांट से कि दैट दिस इज़ ओनली पर्टिकुलर ग्रुप ऑफ कॉमर्स, दिस होल थिंग्स जो भी यहाँ पे चीज़ें हो रही हैं रिप्रेजेंट कर रही हैं, सब कुछ ही कॉमर्स है, इसीलिए इसका नाम है वर्ल्ड ऑफ कॉमर्स। ये पर्टिकुलर ग्रुप में नहीं, अब लाइक सैनिटाइज़र है हमारा, अब ये ज़रूरी नहीं है कि एक सिर्फ कॉमर्स के स्टूडेंट के लिए या फिर साइंस के लिए, ये पूरे वर्ल्ड के लिए, दिस इज़ कॉल्ड वर्ल्ड ऑफ कॉमर्स। ਜੀ ਮੈਮ ਤੁਸੀਂ ਮਾਰਕੀਟਿੰਗ ਦੀ ਗੱਲ ਕਰ ਰਹੇ ਸੀਗੇ? ਹਾਂਜੀ ਸਰ, ਜਿਸ ਪ੍ਰੋਡਕਟ ਦੀ ਅੱਜ ਮਾਰਕੀਟਿੰਗ ਕਰ ਰਹੇ ਹਾਂ, ਇਹ ਵੀ ਸਾਡਾ ਏਡਸ ਟੂ ਟ੍ਰੇਡ ਦਾ ਇੱਕ ਪਾਰਟ ਹੈ ਕਿ ਅਸੀਂ ਪ੍ਰੋਡਕਟ ਮੈਨੂਫੈਕਚਰ ਨਹੀਂ ਕੀਤਾ ਪਰ ਅਸੀਂ ਮਾਰਕੀਟਿੰਗ ਕਰ ਰਹੇ ਹਾਂ। ਅਸੀਂ ਖੁਦ ਆਪਣੀ ਬ੍ਰਾਂਡ ਲਾਂਚ ਕੀਤੀ ਹੈ ਤਾਂ ਕਿ ਅਸੀਂ ਆਪਣੇ ਕਾਲਜ ਨੂੰ, ਆਪਣੇ ਡਿਪਾਰਟਮੈਂਟ ਨੂੰ ਪ੍ਰਮੋਟ ਕਰ ਸਕੀਏ। ਸ਼ੁਕਰੀਆ ਗੱਲਬਾਤ ਦੇ ਲਈ। ਸੋ ਇਹ ਕਮਰਸ ਡਿਪਾਰਟਮੈਂਟ ਜਿਹੜਾ ਹੈ ਇਹ ਹਰੇਕ ਡਿਪਾਰਟਮੈਂਟ ਦੇ ਨਾਲ ਜੁੜਿਆ ਹੈ, ਇਹਨਾਂ ਵੱਲੋਂ ਕਿਹਾ ਗਿਆ ਹੈ ਤੇ ਨਾਲ ਦੀ ਨਾਲ ਸੈਨੀਟਾਈਜ਼ਰ ਵਗੈਰਾ ਵੀ ਜਿਹੜੇ ਨੇ ਦਿੱਤੇ ਜਾ ਰਹੇ ਨੇ। ਅਗਲਾ ਇੱਕ ਡਿਪਾਰਟਮੈਂਟ ਹੈ, ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਕੀ ਪ੍ਰਦਰਸ਼ਨੀ ਜਿਹੜੀ ਹੈ ਲਗਾਈ ਗਈ ਹੈ? ਹੈਲੋ, ਕੀ ਨਾਮ ਹੈ ਤੁਹਾਡਾ? ਨਿਸ਼ਾਂਤ। ਇੱਥੇ ਕੀ ਪ੍ਰਦਰਸ਼ਨੀ 'ਚ ਕੀ ਲਗਾਇਆ ਗਿਆ ਹੈ? ਇਟਸ ਅ ਸੈਨੀਟਾਈਜ਼ਰ ਸਰ। ਤੇ ਇਹ ਕੀ ਤਿਆਰ ਕਰਕੇ ਦਿਖਾਉਂਦੇ ਹੋ ਤੁਸੀਂ? यस सर। ਕੀ ਕੀ ਚੀਜ਼ਾਂ ਯੂਜ਼ ਕੀਤੀਆਂ ਹੈ? सर एथेनॉल यूज़ किया है, इसमें ऑयल यूज़ किया है, परफ्यूम यूज़ किया है, एलोवेरा जेल यूज़ किया है, नीम तुलसी कॉन्सेंट्रेट यूज़ किया है एंड लास्ट में ग्लिसरीन यूज़ किया हमने इसमें। ਅੱਛਾ, ਸਾਰੇ ਆਰਗੈਨਿਕ ਹੈ ਮਤਲਬ? यस सर। ਕਿਸੇ ਵੀ ਤਰ੍ਹਾਂ ਦਾ ਕੈਮੀਕਲ ਜਾਂ ਨਹੀਂ ਯੂਜ਼ ਕੀਤਾ? नो सर। ਬੋਡੀ ਤੇ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਤਾਂ ਨਹੀਂ? नो सर। एंड 90% एथेनॉल चाहिए इसमें। ਓਕੇ। यस सर। ਕਿਸੇ ਤਰ੍ਹਾਂ ਦਾ ਬੋਡੀ ਤੇ ਸਾਈਡ ਇਫੈਕਟ ਨਹੀਂ ਨਾ? नो सर। ਫ੍ਰੀ ਆਫ ਕਾਸਟ ਦੇ ਰਹੇ ਹੋ? यस सर, फ्री ऑफ कॉस्ट। You also use sir? You can use it. We have already. ਥੈਂਕ ਯੂ। ਕੋਈ ਨਹੀਂ, ਮੈਂ ਬਾਅਦ ਦੇ ਵਿੱਚ ਆ ਕੇ ਯੂਜ਼ ਕਰਦਾ ਜੀ। ਅਗਲੀ ਪ੍ਰਦਰਸ਼ਨੀ ਕਿਹੜੀ ਲੱਗੀ ਹੈ ਉੱਥੇ ਗੱਲਬਾਤ ਕਰਾਂਗੇ। ਕੀ ਨਾਮ ਹੈ ਤੁਹਾਡਾ? ग्लोरिया लोखंडे फ्रॉम +2 सुपर मेडिकल। ਇੱਥੇ ਪ੍ਰਦਰਸ਼ਨੀ ਵਿੱਚ ਕੀ ਸ਼ੋਅ ਕੀ ਕਰ ਰਹੇ ਹੋ ਤੁਸੀਂ? हम शो कर रहे हैं अबाउट फिजिक्स, डिफरेंट कंसेप्ट्स ऑफ फिजिक्स। यहाँ पे हमारे पास 3 फिजिक्स के मॉडल्स हैं। वन इज़ दिस वन, हाइड्रोलिक लिफ्ट। इसके अंदर हम क्या शो करेंगे कि थोड़ा सा प्रेशर डालते ही हम जो बड़े कार्स को लिफ्ट अप कर सकते हैं। जैसे पेट्रोल पंप्स में यूज़ होता है कार वॉशिंग के लिए, नीचे से कार अगर वॉश करना होता है, या बुलडोजर्स में यूज़ होता है, सो हम इसको पुश करके एक बड़ा सा कुछ भी लोड है उसको उठा सकते हैं। एंड दिस वन इज़ दिस इज़ द कूलर विच वर्क्स विद द बैटरी। यहाँ पे कनेक्ट करके ये जस्ट स्टार्ट्स वर्किंग। एंड दिस वन, इसको स्विच ऑन करके ये चल जाएगा। और गर्मी 'ਚ ਫਰਕ ਪੈਂਦਾ ਵੈਸੇ? हाँ जी, ऑफ कोर्स, आप लगा के देख लो। काफ़ी फ़र्क इससे ही पड़ा है अभी। ਇਸ ਤੋਂ ਇਲਾਵਾ ਹੋਰ ਕੀ ਹੈ? इस तो अलावा हमारे पास ये है फाउंटेन। इसके अंदर हम पानी डालेंगे और ये पानी नीचे जाएगा इस बॉटल से एंड यहाँ पे फिर से ऊपर आएगा वापस। इसके लिए हमारे पास एक वीडियो भी है। इसके हमारे पास यहाँ से कैपिलरी फोर्स करके ये ऊपर पानी आता रहेगा तो हमारे पास ये फाउंटेन क्रिएट होता रहेगा। सो दिस वाज ऑल अबाउट फिजिक्स। नाउ यू विल मूव ऑन टू द बायोलॉजी। बायोलॉजी डिपार्टमेंट है। ਕੀ ਨਾਮ ਹੈ ਤੁਹਾਡਾ? मेरा नाम इनोश है। आई एम फ्रॉम +1 मेडिकल। सो यू कैन सी दिस इज़ द प्लांट सेल एंड एनिमल सेल। मीन ਤੁਸੀਂ ਕਹਿ ਸਕਦੇ ਹੋ ਜਿਹੜਾ ਇਨਸਾਨ ਬਣਿਆ ਹੈ ਸਭ ਤੋਂ ਛੋਟੀ ਚੀਜ਼ ਕਿਹੜੀ ਚੀਜ਼ ਤੋਂ ਬਣਿਆ ਇਹ ਹੈ ਐਨੀਮਲ ਸੈਲ। ਇੱਥੇ ਆਹ ਹੈ ਨਰਵ ਸੈਲ। ਮੀਨ ਜਿੱਤੋਂ ਸਾਨੂੰ ਪਤਾ ਲੱਗਦਾ ਹੈ ਗਰਮੀ ਸਾਡੀ ਸਕਿਨ ਤੋਂ ਪਤਾ ਲੱਗਦਾ ਹੈ। ਇਹ ਸਾਡੇ ਸਕਿਨ ਤੋਂ ਲੈ ਕੇ ਦਿਮਾਗ ਤੱਕ ਮੈਸੇਜ ਪਹੁੰਚਾਉਂਦਾ ਹੈ।
ਐਂਡ ਇੱਧਰ ਤੁਸੀਂ ਦੇਖ ਸਕਦੇ ਹੋ ਮਾਡਲ ਹੈ ਸਾਡੇ ਲੰਗਸ ਦਾ। ਮੀਨਸ ਜਦੋਂ ਵੀ ਤੁਸੀਂ ਇਨਹੇਲ ਕਰਦੇ ਹੋ ਆਪਣੇ ਅੰਦਰ ਲੈਂਦੇ ਹੋ ਹਵਾ, ਮੀਨਸ ਉਹ ਭਰਦਾ ਵਾ, ਦੈਨ ਜਦੋਂ ਤੁਸੀਂ ਬਾਹਰ ਕੱਢੋਗੇ ਤਾਂ ਉਹ ਕੰਟਰੈਕਟ ਕਰਦਾ ਵਾ। ਐਂਡ ਦੈਨ ਦਿਸ ਇਜ਼ ਦਾ ਐਕਸਟ੍ਰੀਟਰੀ ਸਿਸਟਮ। ਮੀਨਸ ਤੁਸੀਂ ਕਹਿ ਸਕਦੇ ਹੋ ਸਾਰਾ ਕਿਡਨੀ ਦੇ ਵਿੱਚੋਂ ਸਾਡਾ ਪਾਣੀ ਮੀਨਸ ਸਾਰਾ ਫਿਲਟਰ ਹੁੰਦਾ ਹੈ ਤੇ ਜਿਹੜੇ ਟੌਕਸਿਨਸ ਹੈ वो इधरों यूरेटर तो बाहर निकलते हैं। हाँ जी, हमारे पास एक वीडियो है इसकी फाउंटेन की, आप देख सकते हो। तो फाउंटेन जैसे पानी ऊपर नीचे, सेम पानी ऊपर नीचे आता जाता है। थैंक यू सो मच, होप यू लाइक इट। सो अगे डाइजेस्टिव सिस्टम भी एक्सप्लेन किया गया की है डाइजेस्टिव सिस्टम। My name is Florencia. I'm from +1 Medical and this shows digestive system. ਇਹ ਸਾਨੂੰ ਸ਼ੋ ਕਰਦਾ ਹੈ ਕਿ ਸਾਡੇ ਮਾਊਥ ਤੋਂ ਕਿਵੇਂ ਸਾਡਾ ਖਾਣਾ ਜਿਹੜਾ ਹੈ ਉਹ ਸਾਡੇ ਤੋਂ ਬਾਹਰ ਜਾਂਦਾ ਹੈ। ਜਿਵੇਂ ਅਸੀਂ ਖਾਂਦੇ ਹਾਂ ਮੂੰਹ ਤੋਂ ਮਾਊਥ, ਠੀਕ ਹੈ, ਫਿਰ ਇਸ ਤੋਂ ਬਾਅਦ ਜਾਂਦਾ ਹੈ ਇਸੋਫੇਗਸ ਜੋ ਸਾਡੇ ਗਲੇ ਤੋਂ ਲੈ ਕੇ ਫਿਰ ਇੱਥੋਂ ਜਾਂਦਾ ਹੈ ਸਟਮਕ 'ਚ। ਜੋ ਇਹ ਵਾਲੇ ਗੋਲ ਬਲੈਡਰ ਐਂਡ ਲਿਵਰ ਹੈ ਉਹ ਗੈਸਟ੍ਰਿਕ ਜੂਸਿਸ ਬਣਾਉਂਦੇ ਆ ਜੋ ਉਸਨੂੰ ਡਾਈਜੈਸਟ ਕਰਨ ਵਿੱਚ ਹੈਲਪ ਕਰਦੇ ਆ। ਫਿਰ ਆਉਂਦਾ ਹੈ ਪੈਨਕ੍ਰੀਆਸ, ਇੱਥੇ ਵੀ ਉਹ ਜੋ ਗੈਸਿਸ ਬਣਾਉਂਦੇ ਉਹ 'ਚ ਉਹ ਹੈਲਪ ਕਰਦਾ ਕਿ ਉਹ ਡਾਈਜੈਸਟ ਕਰ ਸਕਣ। ਫਿਰ ਉਸ ਤੋਂ ਬਾਅਦ ਉਹ ਜਾਂਦਾ ਹੈ ਸਮੋਲ ਇੰਟੈਸਟਾਈਨ ਵਿੱਚ ਜਿਹਦੇ ਵਿੱਚ ਫੂਡ ਸਟੋਰ ਹੁੰਦਾ ਹੈ, ਤੇ ਲਾਰਜ ਇੰਟੈਸਟਾਈਨ ਵਿੱਚ ਜਿਹਦੇ ਵਿੱਚ ਵਾਟਰ ਸਟੋਰ ਹੁੰਦਾ ਹੈ। ਫਿਰ ਉਸ ਤੋਂ ਬਾਅਦ ਸਾਰਾ ਖਾਣਾ ਡਾਈਜੈਸਟ ਹੋ ਕੇ ਐਨਸ ਵਿੱਚੋਂ ਬਾਹਰ ਚਲਾ ਜਾਂਦਾ ਹੈ। ਥੈਂਕ ਯੂ। ਅੱਗੇ ਮੈਥ ਫਨ ਜ਼ੋਨ ਹੈ, ਕੀ ਹੈ ਫਨ ਜ਼ੋਨ ਦੇ ਵਿੱਚ, ਕੀ ਨਾਮ ਹੈ ਤੁਹਾਡਾ? मेरा नाम सानिया है। आई एम फ्रॉम +2 आर्ट्स एंड दिस इज़ अ मैथ्स फन कॉर्नर। हेयर वी प्लेस द मॉडल बेस्ड ऑन रियल लाइफ एग्जांपल्स। इन द रियल लाइफ दिस इज़ बेसिकली यूज्ड इन कंस्ट्रक्शन साइट्स एंड आर्किटेक्ट एरियाज़। लाइक अगर हमें पता नहीं है कि किसी बिल्डिंग की हाइट क्या है या फिर हमें मेजर करना है, लेकिन हमारे पास प्रॉपर टूल नहीं है, तो हम उस बिल्डिंग का किसी चीज़ से डिस्टेंस पता कर सकते हैं। अगर हम उससे है ना एंगल से हम उस बिल्डिंग का एक फार्मूला लगा के उसकी हाइट निकाल सकते हैं। अगर हमारे पास प्रॉपर टूल नहीं है कि हमें पता करना है इस बिल्डिंग की हाइट कितनी है, तो हम बस डिस्टेंस और एंगल्स को यूज़ करके उसकी हाइट बहुत ही ईजिली तरीके से निकाल सकते हैं। स्क्वायर टेबल की है? स्क्वायर टेबल में है ना ये फ़न गेम है। इसमें हमें शो हो रहा है कि जैसे एक नंबर है, जैसे 1 है उसका स्क्वायर 1 होता है, नंबर 2 उसका स्क्वायर 4 है। दिस इज़ आल्सो फन गेम। ये हमें शो करता है स्क्वायर्स ऑफ द नंबर्स। जैसे हमें पता है कि नंबर्स का इन्वेंशन आर्यभट्ट ने किया है जो इंडिया के थे, उसी के ऊपर बेस्ड है ना एक नंबर गेम्स है। लाइक जो नंबर्स है ना जो उन्होंने इन्वेंट किए हैं वो एक दूसरे से इंटरकनेक्ट हैं। तो इस तरीके से हमें पता चलता है। जैसे नंबर 10 है वो 9 + 1 का सम है, 8 + 2 का सम है, 7 + 3 का सम है। अगर हम आगे देखें जैसे नंबर 9 है वो भी 8 + 1 का सम है। और अगर हम फर्दर और देखें तो ये 8 7 + 1 का सम है, 5 + 3 का सम है। इससे हमें पता चलता है कि जो नंबर्स हैं ये कहीं ना कहीं एक दूसरे के ऊपर डिपेंड करते हैं और एक दूसरे से इंटरलिंक है, लेकिन ये चीज़ हमें पता नहीं है, इसलिए मैंने ये शो की है। शुक्रिया जानकारी ਦੇ ਲਈ। ਸੋ ਇਹ ਮੈਥ ਦਾ ਫਨ ਜ਼ੋਨ ਹੈਗਾ ਆ, ਤੇ ਜਿਵੇਂ ਕਿ ਲੜਕੀ ਨੇ ਐਕਸਪਲੇਨ ਕੀਤਾ ਕਿ ਡਿਪਾਰਟਮੈਂਟ ਆਫ ਕਮਰਸ ਵੱਲੋਂ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ। ਗੱਲਬਾਤ ਕਰਦੇ ਹਾਂ ਮੈਮ ਦੇ ਨਾਲ। ਮੈਮ ਕੀ ਹੈ ਪ੍ਰਦਰਸ਼ਨੀ ਦੇ ਵਿੱਚ? ਸਰ ਇਹ ਡਿਪਾਰਟਮੈਂਟ ਆਫ ਕਾਮਰਸ ਹੈ ਸੀਨੀਅਰ ਸੈਕੰਡਰੀ ਵਿੰਗ ਦਾ। ਇਹ ਬੱਚਿਆਂ ਨੇ ਕੀ ਕੀਤਾ ਹੈ ਕਿ ਟ੍ਰਿਨਿਟੀ ਨੂੰ ਹੋਰ ਜ਼ਿਆਦਾ ਵਧੀਆ ਤਰ੍ਹਾਂ ਐਕਸਪੈਕਟੇਸ਼ਨ ਉਹਨਾਂ ਦੀ ਹੈ ਕਿ ਕੱਲ੍ਹ ਨੂੰ ਟ੍ਰਿਨਿਟੀ ਕਾਲਜ ਦੇ ਵਿੱਚ ਇੱਕ ਫੈਕਟਰੀਜ਼ ਵੀ ਹੋਣਗੀਆਂ, ਤੇ ਉਸ ਚੀਜ਼ ਨੂੰ ਉਹਨਾਂ ਨੇ ਆਪਣੇ ਮਾਡਲ ਦੇ ਥਰੂ ਐਕਸਪ੍ਰੈਸ ਕੀਤਾ ਹੈ। ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਮਾਡਲ ਬਣਾਇਆ ਹੈ ਉਹਦੇ ਵਿੱਚ ਉਹਨਾਂ ਨੇ ਆਪਣਾ ਪੂਰਾ ਟ੍ਰਿਨਿਟੀ ਵੂਲ ਫੈਕਟਰੀ ਜਿਹੜੀ ਹੈ ਉਹ ਐਕਸਪ੍ਰੈਸ ਕੀਤੀ ਹੈ, ਜਿਹਦੇ ਵਿੱਚ ਫੈਕਟਰੀ, ਵੇਅਰ ਹਾਊਸ, ਹੋਲਸੇਲਰ, ਇੰਡਸਟਰੀ, ਕਿਹੜੇ ਰੇਟਸ ਲੱਗਦੇ ਹੈ, ਕਿੱਥੋਂ ਵੂਲ ਆਉਂਦੀ ਹੈ, ਕਿਸ ਤਰ੍ਹਾਂ ਇੱਕ ਕੰਪਨੀ ਵਰਕ ਕਰਦੀ ਹੈ, ਉਹ ਸਭ ਕੁਝ ਬੱਚਿਆਂ ਨੇ ਰਿਪਰੈਜ਼ੈਂਟ ਕੀਤਾ ਹੈ। ਚੈਨਲ ਆਫ ਡਿਸਟ੍ਰੀਬਿਊਸ਼ਨ ਕਿੱਦਾਂ ਡਿਸਟ੍ਰੀਬਿਊਸ਼ਨਸ ਹੁੰਦੀ ਯੈਸ ਕਿ ਕਿੱਦਾਂ ਫੈਕਟਰੀ 'ਚ ਚੀਜ਼ ਬਣਦੀ ਹੈ, ਮੈਨੂਫੈਕਚਰ ਹੁੰਦੀ ਹੈ, ਫਿਰ ਕਿੱਦਾਂ ਉਹ ਵੇਅਰ ਹਾਊਸ 'ਚ ਜਾਂਦੀ, ਕਿੱਦਾਂ ਇੰਡਸਟਰੀ ਦੇ ਵਿੱਚ ਉਹਨੂੰ ਬਣਾਇਆ ਜਾਂਦਾ, ਕਿੱਦਾਂ ਰੀਟੇਲਰ ਕੋਲ ਪਹੁੰਚਦੀ ਹੈ, ਰੀਟੇਲਰ ਕੋਲ ਜਾ ਕੇ ਕਿੱਦਾਂ GST ਦੇ ਰੇਟਸ ਉਹਦੇ 'ਤੇ ਲੱਗਦੇ ਆ, ਉਹ ਸਭ ਕੁਝ ਉਹਨਾਂ ਨੇ ਐਕਸਪਲੇਨ ਕੀਤਾ ਹੈ ਇੱਕ ਮਾਡਲਸ ਦੇ ਥਰੂ। ਉਸ ਤੋਂ ਬਾਅਦ ਉਹਨਾਂ ਨੇ ਬੱਚਿਆਂ ਨੇ ਇਹ ਦੱਸਣਾ ਚਾਹਿਆ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਸਾਰੀ ਡੀਜੀ ਇਕੋਨਮੀ ਆ ਰਹੀ ਹੈ, ਡੀਜੀ ਕੈਸ਼ ਇਕੋਨਮੀ ਆ ਰਹੀ ਹੈ, ATMs ਦੀ ਯੂਜ਼ੇਜ ਹੈ, ਤੇ ਬੱਚਿਆਂ ਨੇ ਬਹੁਤ ਅੱਛੇ ਤਰੀਕੇ ਨਾਲ ਇੱਕ ATM ਵੀ ਬਣਾਇਆ, ATM ਰਿਪਰੈਜ਼ੈਂਟ ਕੀਤਾ ਹੈ। ਉਹ ਸਿਰਫ ਇੱਕ ਵਰਕਿੰਗ ਮਾਡਲ ਹੈ, ਉਹਨੂੰ ਤੁਸੀਂ ਦੇਖੋਗੇ ਉਹ ਬੱਚਿਆਂ ਦੀ ਇੱਕ ਇੰਨੀ ਮਿਹਨਤ ਕੀਤੀ ਹੈ ਕਿ ATM 'ਚ ਕਿਸ ਤਰ੍ਹਾਂ ਆਪਾਂ ਜਾ ਕੇ ਅੱਜ ਕੱਲ੍ਹ ਇਸ ਇਕੋਨਮੀ ਦੇ ਨਾਲ ਚੱਲਣ ਵਾਸਤੇ ਸਾਨੂੰ ਕਿੱਦਾਂ ATM, ਸਾਨੂੰ Google Pay, Paytm, ਐਵਰੀਥਿੰਗ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਸੋ ਇਹ ਕਾਮਰਸ ਡਿਪਾਰਟਮੈਂਟ ਵੱਲੋਂ ਇੱਕ ਪਹਿਲ ਹੈ ਕਿ ਹਰ ਚੀਜ਼ ਨੂੰ ਇਕੱਠੇ ਕਰਕੇ ਇੱਕ ਛੋਟੇ ਜਿਹੇ ਡਿਪਾਰਟਮੈਂਟ 'ਚ ਕਿੱਦਾਂ ਆਪਾਂ ਸਾਰਾ ਕੁਝ ਐਕਸਪ੍ਰੈਸ ਕਰ ਸਕਦੇ ਹਾਂ ਬੱਚਿਆਂ ਜੀ। ਤੇ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ।
ਫੀਡਬੈਕ ਕਿਸੇ ਦਾ ਆਇਆ ਜਾਂ ਸੁਜੈਸ਼ਨ ਕਿਸੇ ਦਾ ਆਇਆ ਹੋਵੇ? ਹਾਂਜੀ ਹਾਂਜੀ ਆਇਆ ਕੀਪ ਇਟ ਅਪ। ਕੀ ਕਹਿਣਾ ਸੀ ਲੋਕਾਂ ਦਾ ਗੱਲਬਾਤ ਤੋਂ ਬਾਅਦ? ਹਾਂਜੀ ਕਹਿਣਾ ਸੀਗਾ ਕਿ ਬਹੁਤ ਅੱਛਾ ਹੈਗਾ ਆ, ਤੁਸੀਂ ਇਸ ਤੋਂ ਅੱਗੇ ਹੋਰ ਵਧੀਆ ਵੀ ਕਰ ਸਕਦੇ ਆ ਤੇ ਜੋ ਤੁਸੀਂ ਕੀਤਾ ਆਊਟਸਟੈਂਡਿੰਗ ਹੈਗਾ ਆ, ਸਾਨੂੰ ਵੀ ਬਹੁਤ ਅੱਛਾ ਲੱਗਾ। ਉਹਨਾਂ ਨੇ ਜਿੱਦਾਂ ਸਾਨੂੰ ਜਵਾਬ ਦਿੱਤੇ ਆ ਅਸੀਂ ਵੀ ਬਹੁਤ ਖੁਸ਼ ਹੋਏ ਉਹਨਾਂ ਤੋਂ ਕਿ ਸਾਨੂੰ ਪਤਾ ਲੱਗਾ। ਤੇ ਕਿੰਨਾ ਟਾਈਮ ਲੱਗਾ ਮੈਮ ਤਿਆਰ ਕਰਨ ਨੂੰ ਇਹ ਪੂਰਾ ਮਾਡਲ? 15 days ਲੱਗ ਗਏ ਸਰ। ਹਾਂਜੀ। ਤੇ ਖਰਚਾ ਕਿੰਨਾ ਹੋ ਗਿਆ? ਅਰਾਊਂਡ ਅਬਾਊਟ 2000। ਆਪਣੀ ਜੇਬੀ ਤੋਂ? ਹਾਂਜੀ। ਚਲੋ ਠੀਕ ਹੈ, ਇੱਕ ਤਰ੍ਹਾਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ। ਸੋ ਅੱਗੇ GST ਰੇਟਸ ਦਾ ਵੀ ਹੈਗਾ, ਗੱਲਬਾਤ ਕਰਾਂਗੇ। ਇਹ ਕੀ ਹੈ GST ਰੇਟਸ? GST ਰੇਟ ਗੁੱਡਸ ਐਂਡ ਸਰਵਿਸਿਜ਼ ਟੈਕਸ ਇਹ ਰਿਪਲੇਸ ਹੋ ਗਿਆ। ਵਾਟ ਸੀਗਾ ਪਹਿਲੇ ਹੁਣ GST ਰੇਟ ਹੈ ਇਹ ਜਦੋਂ ਮਤਲਬ ਲਾਗੂ ਕੀਤਾ ਗਿਆ ਉਹ 1 ਜੁਲਾਈ 2017 ਨੂੰ। ਅਸੀਂ ਇੱਕ ਵੀਲ ਬਣਾਇਆ ਜਿਸ ਦੇ ਉੱਤੇ ਸਾਰੇ GST ਰੇਟ ਲਿਖੇ ਹੋਏ ਆ 0, 5, 12, 18, 28% ਕਿਹੜੇ ਆਉਂਦੇ ਆ, ਕਿ ਤਾਂ ਕਿ ਕਿਸੇ ਨੂੰ ਆਸਾਨੀ ਹੋਵੇ ਕਿ ਕਿਹੜੇ ਪ੍ਰੋਡਕਟ ਕਿਹੜੇ GST ਰੇਟ ਦੇ ਅੰਦਰ ਆਉਂਦੇ ਆ। ਫਿਊਚਰ ਦੇ ਵਿੱਚ ਘਟ ਵੀ ਸਕਦਾ ਹੈ, ਜ਼ੀਰੋ ਹੋਣਾ ਚਾਹੀਦਾ। ਵੈਸੇ ਤਾਂ ਬਹੁਤ ਅੱਗੇ ਮਹਿੰਗਾਈ ਹੋ ਗਈ ਹੈ। ਉਹ ਤਾਂ ਹੋ ਸਕਦਾ ਆ। ਸੋ ਦੇਖਦੇ ਹਾਂ ਅੱਗੇ ਵੀ ਡਿਪਾਰਟਮੈਂਟ ਹੈ ਇਹੀ ਸੇਮ ਡਿਪਾਰਟਮੈਂਟ ਹੈ ਸਰ, ਤੇ ਕਾਮਰਸ ਵਾਲੇ ਬੱਚੇ ਜੀ ਕਮਰਸ ਵਾਲੇ ਬੱਚਿਆਂ ਨੇ ATM ਤਿਆਰ ਕੀਤਾ ਹੈ ਤੇ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਤੁਹਾਡਾ? ਸਰ ਯਕਸ਼। ਤੇ ਇਹ ਕਿਵੇਂ ATM ਕੰਮ ਕਰਦਾ ਹੈ? ਇਹ ਸਰ ਹੈਂਡਮੇਡ ATM ਆ। ਇਹ ਸਿਰਫ ਇੱਕ ਰੀਅਲ ATM ਦੀ ਨਕਲ ਕਰਕੇ ਅਸੀਂ ਕਾਪੀ ਕੀਤਾ, ਇਹਨੂੰ ਬਣਾਇਆ ਤੇ ਇਹ ਸਿੰਪਲੀ ਹੱਥ ਨਾਲ ਹੀ ਚੱਲਦਾ। ਮਤਲਬ ਜਿਵੇਂ ਉਹਦੇ ਟੈਕਨੀਕਲ ਚੀਜ਼ਾਂ ਉਹ ਨਹੀਂ ਹੈ, ਪਰ ਆਪਾਂ ਉਹਦੀ ਕੋਸ਼ਿਸ਼ ਕਰਕੇ ਮਤਲਬ ਹੱਥ ਨਾਲ ਸਭ ਕੁਝ ਦੇਣਾ। ਇੱਕ ਵਾਰੀ ਪ੍ਰੈਕਟੀਕਲ ਕਰਕੇ ਜ਼ਰੂਰ ਦਿਖਾਓ। ਕੀ ਨਾਮ ਹੈ? ਪ੍ਰਿयांशु राय। ਜੀ ਪ੍ਰਿयांशु ਦੱਸੋ ਕਿੱਦਾਂ ਕੰਮ ਕਿੱਦਾਂ ਕਰਦਾ ਹੈ? ਪਹਿਲਾਂ ਤੁਸੀਂ ਜਿੱਦਾਂ ATM ਕੰਮ ਕਰਦੇ ਆ ਉੱਦਾਂ ਤੁਸੀਂ ਕਾਰਡ ਪਹਿਲਾਂ ਪੁੱਟ ਇਨ ਕਰਨਾ ਹੈ ਤੇ ਉਸ ਤੋਂ ਬਾਅਦ ਜਿਹੜਾ ਫੋਰ ਐਗਜ਼ਾਮਪਲ ਤੁਸੀਂ $1000 ਕਢਾਉਣੇ ਆ, ਸਾਡੀ ਵਰਲਡ ਬੈਂਕ ਦੇ ਰਿਲੇਟਡ ATM ਆਹ ਜਿੱਦਾਂ ਬਾਹਰ ਇੰਡੀਅਨ ਕਰੰਸੀ ਨਹੀਂ ਨਿਕਲਦੀ, ਤੁਹਾਡੇ ਇੱਥੇ ਡਾਲਰ ਹੀ ਨਿਕਲਦੇ। ਜੇ ਪਾਉਂਡ ਵੀ ਨਿਕਲਦੇ ਕਿ ਡਾਲਰ ਹੀ ਇਕੱਲੇ? ਸਿਰਫ ਡਾਲਰ ਹੀ। ਹਾਂਜੀ, ਤਾਂ ਉਹਦੀ ਨਕਲ ਕਰਕੇ ਆਪਾਂ ਬਣਾਇਆ ਬਾਹਰਲੇ ਦੀ, ਠੀਕ ਆ। ਤੇ ਉਸ ਤੋਂ ਬਾਅਦ ਫੋਰ ਐਗਜ਼ਾਮਪਲ ਤੁਸੀਂ $1000 ਕੱਢਣੇ ਆ ਤੇ ਤੁਸੀਂ ਪੁੱਟ ਇਨ ਕਰੋਗੇ $1000, ਇਹਦੇ ਵਿੱਚ ਵਿਡਰੋਲ 'ਤੇ ਕਲਿੱਕ ਕਰੋਗੇ ਤਾਂ ਇਹਦੇ 'ਤੇ ਕਰੋਗੇ ਕਲਿੱਕ ਤੇ ਤੁਹਾਨੂੰ ਕਰੰਸੀ ਮਿਲ ਜਾਊਗੀ। ਸੋ ਤੁਸੀਂ ਦੇਖ ਸਕਦੇ ਹੋ ਦਾ ਵਰਲਡ ਬੈਂਕ ਵੱਲੋਂ $1000 ਜਿਹੜੇ ਨੇ ਮਿਲੇ ਨੇ। ATM ਵੀ ਜਿਹੜਾ ਹੈ ਇੱਕ ਦੇਖਦੇ ਹਾਂ ATM ਕਾਰਡ ਜਿਹੜਾ ਹੈ ਡਿਪਾਰਟਮੈਂਟ ਵੱਲੋਂ ਤਿਆਰ ਕੀਤਾ ਹੈ। ਕਿਹੜੇ +2 ਕਲਾਸ ਦੇ ਹੋ? ਹਾਂਜੀ +2 ਕਾਮਰਸ। ਓਕੇ, ਸੀਨੀਅਰ ਕੈਮਿਸਟ। ਓਕੇ, ਤੇ ਕਿੰਨਾ ਟਾਈਮ ਲੱਗ ਗਿਆ ਇਸ ਪ੍ਰੋਜੈਕਟ ਨੂੰ ਤਿਆਰ ਕਰਨ ਨੂੰ? ਸਾਡੇ ਕੋਆਰਡੀਨੇਟਰ ਆ ਸਰ ਇਸ ਨੂੰ 2 ਵੀਕਸ ਲੱਗ ਗਏ। 2 ਵੀਕ? ਹਾਂਜੀ। ਓਕੇ, ਤੇ ਇਹ ਜਿਹੜਾ ਹੈ ਇਸ ਨੂੰ ਕਿੰਨਾ ਟਾਈਮ ਫਿੱਟ ਕਰਨ ਨੂੰ ਲੱਗਾ ਤੁਹਾਨੂੰ? ਸਰ ਇਹ 1 ਵੀਕ ਅਸੀਂ ਇਹਦਾ ਟੈਕਨੀਕਲ ਕੰਮ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਹਾਰਡਵੇਅਰ ਸੀ ਉਹਦੇ ਲਈ 1 ਵੀਕ ਲੱਗ ਗਿਆ ਸਾਨੂੰ। ਸਰ ਜਿੰਨਾ ਦੇਖਣ ਨੂੰ ਆਸਾਨ ਲੱਗ ਰਿਹਾ ਉਨਾ ਹੈ ਨਹੀਂ ਆ ਅੰਦਰੋਂ ਜੇ ਟੈਕਨੀਕਲ ਦੇਖਿਆ ਜਾਵੇ। ਬਾਕੀ ਤੁਸੀਂ ਦੇਖ ਸਕਦੇ ਹੋ ਦਾ ਵਰਲਡ ਬੈਂਕ ਵੱਲੋਂ $1000 ਦਾ ਜਿਹੜਾ ਨੋਟ ਉਹ ਡਿਪਾਰਟਮੈਂਟ ਵੱਲੋਂ ਤਿਆਰ ਕੀਤਾ ਗਿਆ। ਸੋ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਜਿਹੜੀਆਂ ਨੇ ਲੱਗੀਆਂ ਨੇ ਕਾਲਜ ਦੇ ਵਿੱਚ। ਸੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਨੌਲੇਜ ਚਾਹੁੰਦੇ ਹੋ ਤੇ ਕਾਲਜ ਦੇ ਵਿੱਚ ਆ ਕੇ ਲੈ ਸਕਦੇ ਹੋ। ਕੈਮਰਾ ਪਰਸਨ ਵਿਜੇ ਦੇ ਨਾਲ ਜਗਦੀਪ ਸਿੰਘ, ਪੰਜਾਬੀ ਬੁਲਟਨ ਜਲੰਧਰ।